ਡੰਡੌਤ ਬੰਦਨ ਅਨਿਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਗਿਆਨ ਅੰਜਨ ਗੁਰ ਦਿਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਯਾਹੀ ਕੁਲ ਤੇ ਪ੍ਰਗਟ ਹੋਏ, ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਦ ਕਉ, ਮੇਰੀ ਹੈ ਪ੍ਰਣਾਮ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਸ਼੍ਰਵਣ ਕਰ ਰਹੇ ਸੀ। ਇਤਿਹਾਸ ਇੱਥੋਂ ਤੱਕ ਪਹੁੰਚਿਆ ਹੈ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਸ਼ਮੀਰ ਤੋਂ ਵਾਪਸ ਆ ਰਹੇ ਨੇ। ਹਾਫਿਜ਼ਵਾਦ ਨਾਂ ਦੀ ਇੱਕ ਜਗ੍ਹਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੁਰੀ ਤੋਂ ਬਾਹਰ ਬੈਠੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਰੁੱਖਾਂ ਦੀ ਸੰਘਣੀ ਛਾਂ ਦੇ ਥੱਲੇ ਬਹਿ ਗਏ। ਸਾਰੇ ਨਗਰ ਦੇ ਵਿੱਚ ਪਤਾ ਲੱਗਾ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਪਹੁੰਚੇ ਨੇ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਕਰਮ ਚੰਦ ਸਿੱਖ ਤਾਹਾਂ ਬਸਤ ਹੈ, ਬਾਣੀ ਪਠ ਬੇਅਰਥ ਰਸਤ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਰਮਚੰਦ ਨਾਂ ਦਾ ਸਿੱਖ ਸਤਿਗੁਰਾਂ ਦਾ ਉੱਥੇ ਰਹਿੰਦਾ ਸੀ, ਜਿਹੜਾ ਕਿ ਮਾਨੋ ਬਾਣੀ ਤੇ ਪਾਠ ਦੇ ਅਰਥਾਂ ਦਾ ਬੜਾ ਰਸਿਆ ਸੀ। ਸੋ ਸੁਣ ਕੇ ਆਇਓ ਤਤਕਾਲੂ, ਦੇਖਿਓ ਸੁੰਦਰ ਦਰਸ ਬੇਸਾਲੂ। ਤਤਕਾਲ ਹੀ ਬੜੀ ਛੇਤੀ ਦੇ ਨਾਲ ਕਰਮਚੰਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦੇ ਵਾਸਤੇ ਪਹੁੰਚਿਆ ਹੈ। ਆਣ ਕੇ ਸਤਿਗੁਰਾਂ ਦਾ ਸੁੰਦਰ ਦੀਦਾਰਾ ਕੀਤਾ। ਬੰਦਨ ਕਰੀ ਚਰਨ ਅਰਬਿੰਦ, ਬੂਝਤ ਭੇ ਸ੍ਰੀ ਹਰਿ ਗੋਬਿੰਦ। ਕਰਮਚੰਦ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕਰਮਚੰਦ ਨੂੰ ਸਵਾਲ ਕੀਤਾ। ਕਹਿੰਦੇ ਨੇ, ਕੌਣ ਹੈ, ਕਿਸ ਥਲ ਮੈਂ ਬਾਸੈ, ਕਿਸ ਕਾਰਜ ਆਇਓ ਹਮ ਪਾਸੈ। ਸਤਿਗੁਰੂ ਜੀ ਕਹਿੰਦੇ ਨੇ, ਤੂੰ ਕੌਣ ਹੈ, ਕਿਹੜੀ ਜਗ੍ਹਾ ਤੇ ਰਹਿਣਾ ਹੈ, ਔਰ ਸਾਡੇ ਕੋਲ ਕਿਸ ਕੰਮ ਦੇ ਵਾਸਤੇ ਆਇਆ ਹੈ। ਕਰਮ ਚੰਦ ਕਰ ਜੋਰ ਉਚਾਰੀ, ਰਾਵਰ ਸਿੱਖ ਬਸੋਂ ਇਸ। ਕਰਮ ਚੰਦ ਕਰ ਜੋਰ ਤੇ ਉਚਰੀ, ਰਾਵਰ ਸਿੱਖ ਬਸੋਂ ਇਸ ਪੁਰੀ। ਕਰਮਚੰਦ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਗਰੀਬ ਨਵਾਜ, ਮੈਂ ਤੁਹਾਡਾ ਹੀ ਸਿੱਖ ਹਾਂ, ਔਰ ਇਹ ਜਿਹੜੀ ਪੁਰੀ ਹੈ ਨਾ, ਮੈਂ ਇੱਥੇ ਹੀ ਵਸਦਾ ਹਾਂ, ਰਹਿਣਾ। ਯਥਾ ਸ਼ਕਤ ਚਾਹੋ ਤੁਮ ਸੇਵਾ, ਵੱਡੇ ਭਾਗ ਪਹੁੰਚੇ ਗੁਰ ਦੇਵਾ। ਕਰਮਚੰਦ ਨੇ ਆਖਿਆ ਕਿ ਸੱਚੇ ਪਾਤਸ਼ਾਹ, ਮੈਂ ਯਥਾ ਸ਼ਕਤ ਆਪਣੀ ਵਿੱਤ ਦੇ ਮੁਤਾਬਕ ਤੁਹਾਡੀ ਸੇਵਾ ਕਰਨੀ ਚਾਹੁੰਦਾ ਹਾਂ। ਮੇਰੇ ਬਹੁਤ ਵੱਡੇ ਭਾਗ ਜਾਗਰਤ ਹੋਏ ਨੇ ਕਿ ਗੁਰੂ ਦੇਵ ਜੀ ਤੁਸੀਂ ਆਣ ਕੇ ਦਰਸ਼ਨ ਦਿੱਤਾ। ਹਿਮ ਕਹਿ ਗਇਓ ਸਦਨ ਤਤਕਾਲਾ, ਸਰਬ ਸਮਗਰੀ ਲਿਆਏ ਬਸਾਲਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਕਹਿੰਦਾ ਹੋਇਆ ਕਰਮਚੰਦ ਆਪਣੇ ਘਰ ਨੂੰ ਚਲਾ ਗਿਆ ਤੇ ਸਾਰੀ ਸਾਜੋ ਸਮਗਰੀ ਲੈ ਕੇ ਆਇਆ। ਹੇਤ ਪਵੰਗਮ ਤ੍ਰਿਣ ਅਰ ਦਾਣਾ, ਚਾਵਰ ਚੂਣ ਦਾਰ ਵਿਦ ਨਾਣਾ।
ਘੋੜਿਆਂ ਦੇ ਵਾਸਤੇ ਦਾਣਾ ਲੈ ਕੇ ਆਇਆ ਹੈ। ਇਸ ਤੋਂ ਇਲਾਵਾ ਹਰੇ ਘਾਹ ਲੈ ਕੇ ਆਇਆ ਹੈ। ਇਸ ਤੋਂ ਇਲਾਵਾ ਸਤਿਗੁਰਾਂ ਦੇ ਤੇ ਸਤਿਗੁਰਾਂ ਦੇ ਸਾਥੀਆਂ ਦੇ ਛਕਣ ਦੇ ਵਾਸਤੇ ਚੌਲ, ਆਟਾ, ਦਾਲ ਲੈ ਕੇ ਆਇਆ। ਸਰਪੀ ਸਿਤਾਇਣ ਕਰ ਨੀਕੇ, ਸਿਰ ਗੁਰ ਕੇ ਸਭ ਧਰਿਓ ਨਜੀਕੇ। ਹੁਣ ਜਿੰਨੀਆਂ ਵੀ ਚੀਜ਼ਾਂ ਲੈ ਕੇ ਆਇਆ ਹੈ ਇਹ ਸੁੱਕਾ ਸਿੱਧਾ ਲੈ ਕੇ ਆਇਆ ਹੈ। ਕੋਈ ਚੌਲ ਬਣਾ ਕੇ ਨਹੀਂ ਲਿਆ, ਰੋਟੀਆਂ ਪਕਾ ਕੇ ਨਹੀਂ ਲਿਆ, ਦਾਲ ਵੀ ਨਹੀਂ ਬਣੀ ਹੋਈ। ਚੌਲ ਵੀ ਲਿਆਂਦੇ ਨੇ ਔਰ ਦਾਲ ਵੀ ਲਿਆਂਦੀ ਹੈ, ਆਟਾ ਵੀ ਲਿਆਂਦਾ ਹੈ। ਇਸ ਤੋਂ ਇਲਾਵਾ ਘਿਓ ਲਿਆਂਦਾ ਹੈ, ਖੰਡ ਲਿਆਂਦੀ ਹੈ। ਸਾਰੀਆਂ ਜਿਹੜੀਆਂ ਚੀਜ਼ਾਂ ਸੀ ਨਾ ਉਹ ਸਤਿਗੁਰਾਂ ਦੇ ਲਾਗੇ ਲਿਆ ਕੇ ਕਰਮਚੰਦ ਨੇ ਰੱਖ ਦਿੱਤੀਆਂ। ਆਇਸ ਪਾਏ ਆਰ ਲਿਖ ਤਬੈ, ਭੋਜਨ ਕਰਿਓ ਤਿਆਰ ਸ਼ੁਭ ਸਬੈ। ਸਤਿਗੁਰਾਂ ਨੂੰ ਕਹਿੰਦਾ ਸੱਚੇ ਪਾਤਸ਼ਾਹ ਮੇਰੇ ਵੱਲੋਂ ਇਸ ਰਸਤ ਨੂੰ ਪ੍ਰਵਾਨ ਕਰੋ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਲਾਂਗਰੀ ਨੂੰ ਹੁਕਮ ਕੀਤਾ ਕਿ ਚੀਜ਼ਾਂ ਨੂੰ ਤਿਆਰ ਕੀਤਾ ਜਾਵੇ। ਫਿਰ ਲਾਂਗਰੀ ਨੇ ਹਰ ਚੀਜ਼ ਨੂੰ ਬੜੇ ਵਧੀਆ ਢੰਗ ਦੇ ਨਾਲ ਤਿਆਰ ਕੀਤਾ, ਪਕਾਇਆ। ਸ੍ਰੀ ਹਰਗੋਬਿੰਦ ਜਬ ਤ੍ਰਿਪਤਾਏ, ਹੋਏ ਪ੍ਰਸੰਨ ਬੈਠੇ ਤਰ ਛਾਏ। ਪ੍ਰਸ਼ਾਦ ਪਾਣੀ ਬਣਿਆ, ਸਾਰਿਆਂ ਨੇ ਛਕਿਆ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵੀ ਖਾ ਕੇ ਤ੍ਰਿਪਤ ਹੋਏ ਤੇ ਫਿਰ ਉਸੇ ਤਰੀਕੇ ਦੇ ਨਾਲ ਰੁੱਖ ਦੀ ਛਾਵੇਂ ਬਹਿ ਗਏ। ਬੋਲਿਓ ਕਰਮ ਚੰਦ ਕਰ ਜੋਰ, ਚਹਿਤ ਰਿਓ ਆਵਣ ਤੁਮ ਔਰ। ਕਰਮਚੰਦ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਮੈਂ ਤੁਹਾਡੇ ਵੱਲ ਆਉਣਾ ਹਮੇਸ਼ਾ ਚਾਹੁੰਦਾ ਸੀ। ਜਪ ਜੀ ਕੇ ਅਰਥਨ ਕੀ ਚਾਹੂ, ਸੁਣੋ ਸ਼੍ਰਵਣ ਮੈਂ ਰਾਵਰ ਪਾਹੂ। ਕਰਮਚੰਦ ਕਹਿੰਦਾ ਹੈ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਬਾਣੀ ਜਪਜੀ ਹੈ, ਮੈਂ ਸੱਚੇ ਪਾਤਸ਼ਾਹ ਉਸ ਬਾਣੀ ਦੇ ਅਰਥਾਂ ਨੂੰ ਜਾਣਨਾ ਚਾਹੁੰਦਾ ਹਾਂ। ਕਿਰਪਾ ਕਰਕੇ ਸੱਚੇ ਪਾਤਸ਼ਾਹ ਜੇਕਰ ਤੁਸੀਂ ਮੈਨੂੰ ਅਰਥ ਸਮਝਾਓ ਤਾਂ ਮੈਂ ਉਹਨਾਂ ਨੂੰ ਸੁਣਨਾ ਚਾਹੁੰਦਾ। ਕਿਰਪਾ ਕਰੋ ਮੁਝ ਦੇਹੁ ਸੁਨਾਏ, ਤੁਮ ਬਿਨ ਅਪਰ ਨ ਕਿਸ ਤੇ ਆਏ। ਕਹਿੰਦਾ ਕਿਰਪਾ ਕਰਕੇ ਤੁਸੀਂ ਮੈਨੂੰ ਜਪਜੀ ਬਾਣੀ ਦੇ ਅਰਥ ਸੁਣਾ ਕੇ ਦੱਸੋ। ਸੱਚੇ ਪਾਤਸ਼ਾਹ ਤੁਹਾਡੇ ਤੋਂ ਬਗੈਰ ਹੋਰ ਕਿਸੇ ਨੂੰ ਵੀ ਚੰਗੇ ਜਿਹੜੇ ਅਰਥ ਨੇ ਨਾ ਉਹ ਨਹੀਂ ਆਉਂਦੇ। ਸ੍ਰੀ ਹਰਗੋਬਿੰਦ ਬਾਕ ਬਖਾਨਾ, ਜਪ ਕੇ ਅਰਥ ਮਹਾਨ ਮਹਾਨਾ। ਜਦੋਂ ਕਰਮਚੰਦ ਨੇ ਇਸ ਤਰ੍ਹਾਂ ਦੀ ਅਰਜ਼ ਕੀਤੀ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਕਿ ਜਪ ਕੇ ਅਰਥ ਮਹਾਨ ਮਹਾਨਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿੰਨੇ ਮਹਾਨ ਸਤਿਗੁਰੂ ਸਨ, ਉਸੇ ਤਰੀਕੇ ਦੇ ਨਾਲ ਮਾਨੋ ਕਿ ਜਪ ਜਿਹੜੀ ਉਹਨਾਂ ਦੀ ਬਾਣੀ ਹੈ ਨਾ ਇਹ ਵੀ ਬਹੁਤ ਵੱਡੀ ਹੈ। ਇਹਦੇ ਅਰਥ ਵੀ ਮਹਾਨ ਤੋਂ ਮਹਾਨ ਨੇ, ਵੱਡੇ ਤੋਂ ਵੱਡੇ ਨੇ। ਜਥਾ ਬੇਦ ਪਦ ਅਰਥ ਉਚਾਰੈ, ਨਿਜ ਸਰੂਪ ਜਾਣਨ ਨਿਰ ਧਾਰੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਕਹਿੰਦੇ ਨੇ ਜਿਵੇਂ ਬੇਦ ਪਦ ਦਾ ਅਰਥ ਕਹਿੰਦੇ ਹਨ ਕਿ ਨਿਜ ਸਰੂਪ ਨੂੰ ਜਾਣਨਾ, ਇਸੇ ਤਰੀਕੇ ਦੇ ਨਾਲ ਮਾਨੋ ਕਿ ਜਪ ਦਾ ਭਾਵ ਹੁੰਦਾ ਹੈ ਆਪਣੇ ਨਿਜ ਸਰੂਪ ਦੀ ਜਾਣਕਾਰੀ। ਤਿਮ ਜਪ ਪਦ ਕੋ ਅਰਥ ਲਖੀਜੈ, ਜਾਣਨ ਆਪਣ ਸਰੂਪ ਨਜੀ ਜਨੀਜੈ। ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਜੋ ਜਪ ਹੈ, ਜਿਹਨੂੰ ਆਪਾਂ ਜਪ ਜੀ ਕਹਿੰਦੇ ਆ ਸਤਿਕਾਰ ਦੇ ਵਾਸਤੇ, ਦਰਅਸਲ ਬਾਣੀ ਦਾ ਨਾਮ ਤੇ ਜਪ ਹੈ, ਪਰ ਜਪ ਜੀ ਇਸ ਕਰਕੇ ਕਹਿੰਦੇ ਆ ਕਿ ਉਹਦਾ ਸਤਿਕਾਰ ਹੋ ਜਾਵੇ ਤੇ ਨਾਲ ਫਿਰ ਸਾਹਿਬ ਪਦ ਜੋੜ ਦਿੰਦੇ ਆ। ਜਪ ਜੀ ਸਾਹਿਬ ਕਹਿੰਦੇ ਆ, ਜਪ ਬਾਣੀ ਦਾ ਨਾਮ ਹੈ, ਬਾਕੀ ਜੀ ਤੇ ਸਾਹਿਬ ਸਤਿਕਾਰ ਦੇ ਵਾਸਤੇ ਲਾਇਆ ਜਾਂਦਾ ਹੈ। ਹੁਣ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਜਪ ਪਦ ਹੈ ਇਹਦਾ ਅਰਥ ਇਹੀ ਬਣਦਾ ਹੈ ਕਿ ਆਪਣੇ ਨਿਜ ਸਰੂਪ ਨੂੰ ਜਾਣ ਲੈਣਾ। ਧਾਰਿਓ ਪ੍ਰਥਮ ਹੀ ਸੋ ਜਪ ਨਾਮ, ਸਰਬ ਗ੍ਰੰਥ ਕੋ ਲਿਖ ਅਬਿਰਾਮ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਮਾਨੋ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ
ਉੱਚੀ ਤੇ ਸੁੱਚੀ ਇਸ ਜਪਜੀ ਬਾਣੀ ਨੂੰ ਗ੍ਰੰਥ ਦੇ ਆਰੰਭ ਦੇ ਵਿੱਚ ਲਿਖਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਬਾਣੀ ਨੂੰ ਸਾਰਿਆਂ ਤੋਂ ਪਹਿਲਾਂ ਜਗ੍ਹਾ ਦਿੱਤੀ। वेद रोजप पद द्वै को अर्थ एक जानन को कह समरथ। सतगुरु हरगोबिंद सच्चे पातशाह जी कहते ने कि वेद दा धातु है विद, विद दा भाव हुंदा है जानना, और कहते ने कि जप दा धातु है गयप, गयप दा भाव ही हुंदा है, गयप दा भाव भी जानना हुंदा है। इस करके मानो कि एक जानन को कहें समर्थ शब्द शक्ति दसदी है कि दोहां दा अर्थ इको ही है। या ते सुनो खष्ट जे पौरी कीन मंगला चरण सो ठौरी। हुण सतगुरु हरगोबिंद सच्चे पातशाह जी उस करम चंद नूं जपजी दे अर्थां दे बारे थोड़ा जिहा मोटा मोटा दस रहे ने। सतगुरु जी कहते हैं कि जपजी साहिब दियां पहलियां जिहड़ियां 6 पौड़ियां ने वो मानो कि सतगुरु नानक देव सच्चे पातशाह जी ने मंगला चरण दे रूप दे विच ही लिखियां ने। 6 पौड़ियां दे विच मानो कि मंगल ही करदे ने। सप्तम में बैराग अलावा बिना ज्ञान सब कूर दिखावा। ते सतगुरु जी कहते हैं कि 7वीं पौड़ी दे विच सतगुरु नानक देव सच्चे पातशाह जी ने वैराग दा बयान किया है और मानो कि ज्ञान तो बगैर हर एक चीज नूं झूठा सिद्ध किया। बहुरो चार जे पौड़ी बनी श्रवण महात्म महिमा भनी। ते सतगुरु हरगोबिंद सच्चे पातशाह जी कहते हैं कि अगलियां जिहड़ियां 4 पौड़ियां ने उस उन्हां 4 पौड़ियां दे विच सतगुरु नानक देव सच्चे पातशाह जी ने सुनन दी श्रवण दी जिहड़ी महात्मा है, श्रवण दा जिहड़ा महात्म है कि सुनन दा की महात्म है उसनूं ही बयान कीता है 4 पौड़ियां दे विच। बहुरो चार जे पौड़ी बनी पुन चारन में मनन दिखायो ब्रह्म ज्ञान के हेत जनायो। इन्हां 4 पौड़ियां तो बाद सतगुरु सच्चे पातशाह जी कहते हैं कि फिर सतगुरां ने 4 जड़ियां पौड़ियां ने वो मनन दे वास्ते बयान कीतियां ने। जिस तरह के पौड़ी दे विच आउंदा है मन्ने की गत कही ना जाए। पहला सुनना चाहिए ते फिर सुन के मनना भी चाहिए। जे सिर्फ सुन ही लिया ते फिर कोई लाभ नहीं, जेकर मन्निया जावे तां लाभ है। सतगुरु हरगोबिंद सच्चे पातशाह जी कहते ने पहला सुनन दे वास्ते 4 पौड़ियां दे विच सिक्ख्या दित्ती है, फिर 4 ही पौड़ियां मनन दे वास्ते सतगुरां ने आग्या कीती है और ब्रह्म ज्ञान के हेत जनायो। मानो कि सतगुरु नानक देव सच्चे पातशाह जी ने ब्रह्म ज्ञान दे कारण दे वास्ते ये बयान कीता। पंच परवान बिखै निद आसन तीनों करत्यो करें उपासन। तेज तो अगे सतगुरु सच्चे पातशाह जी कहते हैं कि पंच परवान पंच प्रधान पंचे पावै दरगह मान। ये जिहड़ी पौड़ी सतगुरां ने लिखी है ये मानो कि निध आसन दे वास्ते है। तीनों करत्यो करे उपासन। इस तो इलावा भाव के श्रवण मनन ते निध आसन तिन्ना चीजां दा इस दे विच सुमेल है। तू सदा सलामत निरंकार ए तुक तत्वमस उचार। इस तो अगे सतगुरु हरगोबिंद सच्चे पातशाह जी कहते ने कि जिन्हां पौड़ियां दे अखीर दे विच आउंदा है तू सदा सलामत निरंकार। कवि जी लिखते ने एक तुक तत्वमस उचार। भाव के ये वेदांत का एक महावाक है जिहड़ा इस तरीके दे नाल कईयां शब्दां दी संधि दे नाल बनदा है। तत्व जमा त्वं और जमा असीं, इस सारे पाठ का भाव हुंदा है सो परमात्मा तू है। इस दा मतलब ये है। कवि जी कहते हैं इसे करके सतगुरां ने पौड़ियां दे अखीर दे विच इस शब्द नूं वरतिया है तू सदा सलामत निरंकार। महावाक्य श्रुत में चार
ਤਿਮ ਤੁਕ ਕਹੀ ਚਾਰ ਹੀ ਬਾਰ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸ਼ਰੂਤੀਆਂ ਦੇ ਵਿੱਚ ਇਹ ਜਿਹੜਾ ਮਹਾਵਾਕ ਹੈ, ਇਹ ਮਾਨੋ ਕਿ ਵੇਦ ਵਿੱਚ ਚਾਰ ਹਨ, ਭਾਵ ਕਿ ਇਹ ਮਹਾਵਾਕ ਵੇਦ ਦੇ ਵਿੱਚ ਚਾਰ ਹਨ। ਇਸੇ ਕਰਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਇਸ ਨੂੰ 4 ਵਾਰ ਹੀ ਲਿਖਿਆ, ਤੂੰ ਸਦਾ ਸਲਾਮਤ ਨਿਰੰਕਾਰ। 4 ਪੌੜੀਆਂ ਦੇ ਅਖੀਰ ਦੇ ਉੱਤੇ ਇਹ ਆਉਂਦਾ। ਸ਼ਕਤ ਸ਼ਾਂਤ ਕੀ ਪ੍ਰਥਮ ਉਚਾਰੀ, ਜੇ ਅਸੰਖ ਕੀ ਪਵਰ ਵਿਚਾਰੀ। ਤੇ ਇਸ ਤੋਂ ਅੱਗੇ ਜਿਹੜੀਆਂ ਅਸੰਖ ਦੀਆਂ ਪੌੜੀਆਂ ਆਉਂਦੇ ਨੇ, ਉਹਨਾਂ ਦੇ ਵਿੱਚ ਜਿਹੜੀ ਪਹਿਲੀ ਅਸੰਖ ਦੀ ਪੌੜੀ ਹੈ, ਉਹਦੇ ਵਿੱਚ ਮਾਨੋ ਕਿ ਜਿਹੜੀ ਸ਼ਾਂਤੀ ਬਿਰਤੀ ਹੈ ਨਾ, ਉਸ ਦਾ ਉਚਾਰਨ ਕੀਤਾ ਗਿਆ, ਭਾਵ ਕਿ ਸਤੋਗੁਣੀ ਦਾ ਬਿਆਨ ਕੀਤਾ ਹੈ ਅਸੰਖ ਦੀ ਪਹਿਲੀ ਪੌੜੀ ਦੇ ਵਿੱਚ। ਦੂਜੇ ਬਿਖੈ ਤਾਮਸੀ ਕਹੀ, ਤ੍ਰਿਤੀ ਬਿਖੈ ਦ્વੈ ਮਿਸਰਤ ਲਹੀ। ਤੇ ਦੂਸਰੀ ਅਸੰਖ ਦੀ ਪੌੜੀ ਦੇ ਵਿੱਚ ਮਾਨੋ ਕਿ ਤਮੋ ਗੁਣੀ ਜਿਹੜੀ ਬਿਰਤੀ ਹੈ ਉਹਦਾ ਬਿਆਨ ਕੀਤਾ ਹੈ, ਔਰ ਤੀਸਰੀ ਅਸੰਖ ਦੀ ਪੌੜੀ ਦੇ ਵਿੱਚ ਮਾਨੋ ਕਿ ਸਤੋ ਤੇ ਤਮੋ ਜਿਹੜੀਆਂ ਨੇ ਨਾ, ਇਹ ਦੋਵੇਂ ਰਲੀਆਂ ਮਿਲੀਆਂ। ਜੀਵ ਈਸ਼ ਇਕਤਾ ਦਿਖਰਾਈ, ਸੱਚ ਦਾ ਆਨੰਦ ਦੋਹਣ ਸਮ ਪਾਈ। ਜੀਵ ਤੇ ਈਸ਼ਵਰ ਦੀ ਜਿਹੜੀ ਸਮਾਨਤਾ ਹੈ ਉਹਨੂੰ ਦਿਖਾਇਆ ਗਿਆ ਹੈ, ਸੱਚ ਦਾ ਜੋ ਆਨੰਦ ਹੈ ਦੋਹਾਂ ਦੇ ਵਿੱਚ ਪਾਇਆ ਗਿਆ, ਭਾਵ ਕਿ ਜੀਵ ਤੇ ਈਸ਼ ਦੀ ਏਕਤਾ ਇਸ ਤਰੀਕੇ ਦੇ ਨਾਲ ਦਿਖਾਈ ਹੈ। ਸਤ ਚਿੱਤ ਆਨੰਦਤਾ ਦੋਹਾਂ ਦੇ ਵਿੱਚ ਇੱਕੋ ਜਿਹੀ ਪਾਈ ਗਈ। ਇਤਿਆਦਿਕ ਸਭ ਅਰਥ ਸੁਣਾਏ, ਸੁਣ ਸਿੱਖ ਸਗਰੇ ਮਨ ਵਸਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਰਮ ਚੰਦ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਸਾਰੇ ਜਪਜੀ ਬਾਣੀ ਦੇ ਅਰਥ ਸੁਣਾਏ, ਸਾਰਿਆਂ ਨੇ ਸੁਣ ਕੇ ਮਨ ਦੇ ਵਿੱਚ ਵਸਾਇਆ। ਜਪ ਜੀ ਅਰਥ ਅਹੈ ਅਤ ਗੂੜੇ, ਸ੍ਰੀ ਨਾਨਕ ਬਾਣੀ ਸਭ ਰੂੜੇ। ਜਪਜੀ ਦੇ ਜਿਹੜੇ ਅਰਥ ਨੇ ਮਾਨੋ ਕਿ ਗੂੜੇ ਤੋਂ ਗੂੜੇ ਨੇ, ਉਹ ਡੂੰਘੇ ਤੋਂ ਡੂੰਘੇ ਨੇ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਮਾਨੋ ਕਿ ਸੁੰਦਰ ਜਪਜੀ ਬਾਣੀ। ਜਿਸ ਤੇ ਪਰੈ ਕਹਿਣ ਕੁਛ ਨਾਹੀ, ਕਹਿ ਪਰੈ ਸੋ ਜਾਣੈ ਨਾਹੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰਾਂ ਦੀ ਬਾਣੀ ਤੋਂ ਪਰਾਂ ਹੋਰ ਕੁਝ ਵੀ ਨਹੀਂ ਹੈ। ਕਹਿ ਪਰੇ ਸੋ ਜਾਣੈ ਨਾਹੀ, ਪਰ ਜਿਹੜਾ ਮਾਨੋ ਕਿ ਇਸ ਤੋਂ ਵੀ ਪਰੇ ਕੁਝ ਕਹਿੰਦਾ ਹੈ, ਭਾਵ ਕਿ ਉਹ ਅਣਜਾਣ ਹੈ, ਕੁਝ ਨਹੀਂ ਜਾਣਦਾ। ਬਚਨ ਮਾਨ ਜਿਨ ਪਾਇਓ ਗਿਆਨ, ਕੋਟ ਜਨਮ ਕੇ ਬੰਧਨ ਹਾਨ। ਜਿਨ੍ਹਾਂ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਨ ਨੂੰ ਮੰਨਿਆ, ਉਹਨਾਂ ਨੇ ਗਿਆਨ ਦੀ ਪ੍ਰਾਪਤੀ ਕੀਤੀ, ਤੇ ਗਿਆਨ ਦੀ ਪ੍ਰਾਪਤੀ ਹੋਣ ਦੇ ਨਾਲ ਮਾਨੋ ਕਿ ਕਰੋੜਾਂ ਜਨਮਾਂ ਦੇ ਉਹਨਾਂ ਮਨੁੱਖਾਂ ਦੇ ਬੰਧਨ ਖਤਮ ਹੋ ਗਏ। ਜੋਗ ਜਨਾਵਣ ਸਕਲ ਜਨਾਇਓ, ਸਭ ਸਿੱਖਿਆਣ ਕੋ ਪੰਥ ਬਤਾਇਓ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਮਾਨੋ ਕਿ ਜੋਗ ਜਨਾਮ ਦੇ ਲਾਇਕ ਦੱਸਿਆ ਹੈ। ਸਾਰਿਆਂ ਸਿੱਖਾਂ ਨੂੰ ਮਾਨੋ ਕਿ ਚੰਗਾ ਸੱਚ ਦਾ ਮਾਰਗ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਦੱਸਿਆ। ਮੱਜਤ ਜਪ ਜੀ ਪੜ ਜੁਤ ਨੇਮ, ਸ੍ਰੀ ਨਾਨਕ ਤਰ ਧਿਆਨ ਸੋ ਪ੍ਰੇਮ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਇਸ਼ਨਾਨ ਪਾਣੀ ਕਰਕੇ ਜਿਹੜੇ ਵੀ ਮਨੁੱਖ ਜਪਜੀ ਸਾਹਿਬ ਦਾ ਨੇਮ ਦੇ ਨਾਲ ਪਾਠ ਕਰਨਗੇ, ਤੇ ਜਿਹੜੇ ਵੀ ਮਨੁੱਖ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਧਿਆਨ ਨੂੰ ਪ੍ਰੇਮ ਦੇ ਨਾਲ ਧਾਰਨ ਕਰਨਗੇ, ਤਿਨ ਕੋ ਗਹਿ ਨਾ ਜਮ ਦੁਖ ਦਾਈ, ਅੰਤ ਸਮੇਂ ਗੁਰ ਬਣੈ ਸਹਾਈ। ਸਤਿਗੁਰਾਂ ਨੇ ਵਰਦਾਨ ਦਿੱਤਾ, ਮਾਨੋ ਕਿ ਜਿਹੜੇ ਵੀ ਜਪਜੀ ਸਾਹਿਬ ਦਾ ਪਾਠ ਨੇਮ ਦੇ ਨਾਲ ਕਰਨਗੇ ਤੇ ਸਤਿਗੁਰੂ ਨਾਨਕ ਦਾ ਧਿਆਨ ਧਾਰਨ ਕਰਨਗੇ, ਉਹਨਾਂ ਨੂੰ ਮਾਨੋ ਕਿ ਦੁੱਖਾਂ ਦਾ ਦਾਨ ਦੇਣ ਵਾਲਾ ਜਮ ਕਦੇ ਵੀ ਨਹੀਂ ਫੜੇਗਾ, ਤੇ ਅੰਤ ਦੇ ਵੇਲੇ ਐਸੇ ਮਨੁੱਖਾਂ ਦੇ ਗੁਰੂ ਜੀ ਸਹਾਇਕ ਬਣਨਗੇ। ਸ੍ਰੀ ਗੁਰ ਨਾਨਕ ਦੇਸ਼ ਬਦੇਸ਼, ਫਿਰੇ ਉਧਾਰਤ ਜੀਵ ਵਿਸ਼ੇਸ਼। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ
ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਬਹੁਤਾ ਚਿਰ ਫਿਰੇ ਤੇ ਫਿਰ ਫਿਰ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵਿਸ਼ੇਸ਼ ਰੂਪ ਦੇ ਵਿੱਚ ਜੀਵਾਂ ਦਾ ਕਲਿਆਣ ਕੀਤਾ। ਜੇਠੇ ਆਦ ਸੁਣੀ ਗੁਰ ਪਾਸ, ਆਪਨ ਮਨੋਰਥ ਕੀਨ ਪ੍ਰਕਾਸ਼। ਇਸ ਤਰ੍ਹਾਂ ਕਰਮਚੰਦ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਿੱਖਿਆ ਦਿੱਤੀ। ਕਵੀ ਜੀ ਲਿਖਦੇ ਨੇ ਕਿ ਭਾਈ ਜੇਠਾ ਜੀ ਨੇ ਇਹ ਗੱਲ ਮਾਨੋ ਕਿ ਸੁਣੀ ਹੋਈ ਸੀ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਅਵਤਾਰ ਹੈ ਉਹ ਵੀ ਇੱਥੇ ਲਾਗੇ ਹੋਇਆ। ਕਹਿੰਦਾ ਜੀ ਜਨਮੇ ਸ੍ਰੀ ਨਾਨਕ ਜਗਤੇਸ਼, ਸੋ ਇਤ ਹੀ ਦਿਸ਼ ਹੈ ਸੁਭ ਦੇਸ਼। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਭਾਈ ਜੇਠਾ ਨੇ ਆਖਿਆ ਕਿ ਜਿੱਥੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਸੀ, ਸੱਚੇ ਪਾਤਸ਼ਾਹ ਸੁਣਿਆ ਕਿ ਉਹ ਜਿਹੜਾ ਇਲਾਕਾ ਹੈ ਨਾ ਇੱਥੋਂ ਲਾਗੇ। ਕਿਰਪਾ ਕਰੋ ਤਹਿ ਦਰਸ ਦਿਖਾਵੋ, ਚਲਤ ਪੰਥ ਤਿਤ ਔਰ ਸਿਧਾਵੋ। ਭਾਈ ਜੇਠਾ ਜੀ ਕਹਿੰਦੇ ਨੇ ਕਿ ਗੁਰੂ ਜੀ ਕਿਰਪਾ ਕਰਕੇ ਸਾਨੂੰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜਗ੍ਹਾ ਦਾ ਦਰਸ਼ਨ ਕਰਾਵੋ, ਚਲਤ ਪੰਥ ਤਿਤ ਔਰ ਸਿਧਾਵੋ। ਹੁਣ ਤੇ ਇਸ ਪਾਸੇ ਆਏ ਹੋਇਆ ਸੱਚੇ ਪਾਤਸ਼ਾਹ, ਉਸ ਪਾਸੇ ਨੂੰ ਅੱਗੇ ਚੱਲੀਏ ਜਿੱਥੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਨੂੰ ਧਾਰਨ ਕੀਤਾ। ਸ੍ਰੀ ਹਰਿ ਗੋਬਿੰਦ ਸੁਣ ਕਰ ਪਾਖਾ, ਹਮਰੀ ਪੀ ਐਸੇ ਅਬਿਲਾਖਾ। ਜਦੋਂ ਭਾਈ ਜੇਠਾ ਜੀ ਨੇ ਇਸ ਤਰ੍ਹਾਂ ਦੀ ਅਰਜ਼ ਕੀਤੀ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਹੇ ਭਾਈ ਜੇਠਿਆ, ਸਾਡੀ ਵੀ ਇਸ ਤਰ੍ਹਾਂ ਦੀ ਲਾਲਸਾ ਹੈ, ਸਾਡੇ ਮਨ ਦੇ ਵੀ ਇਸ ਤਰ੍ਹਾਂ ਦੀ ਚਾਹ ਹੈ। ਅਬ ਦਰਸ਼ਨ ਕਰਤੇ ਤਹ ਚਲੇ, ਬਰਤ ਨਿਮਾਣੀ ਕੇ ਨਰ ਮਿਲੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੁਣ ਦਰਸ਼ਨ ਕਰਕੇ ਫੇਰ ਹੀ ਅੱਗੇ ਚੱਲਾਂਗੇ। ਬਰਤ ਨਿਮਾਣੀ ਕੇ ਨਰ ਮਿਲੈ। ਸਤਿਗੁਰੂ ਜੀ ਕਹਿੰਦੇ ਨੇ ਕਿ ਮਾਨੋ ਨਿਮਾਣੀ ਇਕਾਦਸ਼ੀ ਦੇ ਦਿਨ ਦੇ ਉੱਤੇ ਬਹੁਤ ਸਾਰੇ ਪੁਰਸ਼ ਇਕੱਠੇ ਹੁੰਦੇ ਨੇ, ਮੇਲਾ ਲੱਗਦਾ ਹੈ, ਉਸ ਦੇ ਵਿੱਚ ਹੀ ਜਾ ਕੇ ਸ਼ਿਰਕਤ ਕਰਾਂਗੇ। ਤਿਸ ਦਿਨ ਹਮ ਪੀ ਪਹੁੰਚੈ ਜਾਈ, ਇਮ ਕਹਿ ਸਤਿਗੁਰ ਨਿਸਾ ਬਤਾਈ। ਸਤਿਗੁਰੂ ਜੀ ਕਹਿੰਦੇ ਨੇ ਕਿ ਨਿਮਾਣੀ ਇਕਾਦਸ਼ੀ ਦਾ ਦਿਨ ਲਾਗੇ ਆਇਆ ਹੈ। ਜਿਸ ਦਿਨ ਮੇਲਾ ਲੱਗੇਗਾ ਮਾਨੋ ਕਿ ਉਹਨੇ ਚਿਰ ਤੱਕ ਆਪਾਂ ਵੀ ਉੱਥੇ ਪਹੁੰਚ ਜਾਵਾਂਗੇ। ਇਸ ਤਰ੍ਹਾਂ ਦਾ ਬਚਨ ਕਰਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਰਾਜ ਗਏ ਤੇ ਰਾਤ ਨੂੰ ਬਤੀਤ ਕੀਤਾ। ਪ੍ਰਾਤ ਪਾਈ ਆਰੋਹ ਤੁਰੰਗ, ਗਮਨੇ ਪੰਥ ਸੈਣ ਕੁਛ ਸੰਗ। ਜਦੋਂ ਹੀ ਅਗਲੀ ਸਵੇਰ ਹੋਈ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਸਵਾਰੀ ਕੀਤੀ ਤੇ ਰਸਤੇ ਦੇ ਉੱਤੇ ਸੈਨਾ ਨੂੰ ਨਾਲ ਲੈ ਕੇ ਚੱਲ ਪਏ। ਕਰਮ ਚੰਦ ਤਬ ਆਏ ਅਗਾਰੀ, ਚਲੋ ਸੰਗ ਮੈਂ ਗਿਰਾ ਉਚਾਰੀ। ਜਦੋਂ ਸਤਿਗੁਰੂ ਜੀ ਜਾਣ ਦੇ ਵਾਸਤੇ ਤਿਆਰ ਹੋਏ ਤੇ ਕਰਮਚੰਦ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਕੀਤੀ, ਕਹਿਣ ਲੱਗਾ ਗਰੀਬ ਨਵਾਜ, ਜੇਕਰ ਤੁਹਾਡੀ ਆਗਿਆ ਹੋਵੇ ਤੇ ਮੈਂ ਵੀ ਤੁਹਾਡੇ ਨਾਲ ਹੀ ਜਾਣਾ ਚਾਹੁੰਦਾ। ਕਹਿਓ ਗੁਰੂ ਰਚੇ ਹਾਂ ਸਥਾਨ, ਆਏ ਸਿੱਖ ਕਰ ਸੇਵ ਮਹਾਨ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕਰਮਚੰਦ ਨੂੰ ਹੁਕਮ ਕੀਤਾ, ਕਹਿੰਦੇ ਨੇ ਨਹੀਂ, ਤੂੰ ਇੱਥੇ ਹੀ ਮਾਨੋ ਕਿ ਧਰਮਸ਼ਾਲਾ ਬਣਵਾ ਤੇ ਜਿਹੜਾ ਵੀ ਕੋਈ ਸਿੱਖ ਚੱਲ ਕੇ ਆਵੇ ਉਹਦੀ ਪ੍ਰੇਮ ਦੇ ਨਾਲ ਸੇਵਾ ਕਰ। ਜਿਮ ਹਮ ਸੰਗ ਰਹਿ ਫਲ ਪਾਵੈ, ਤਥਾ ਸਥਾਨ ਸੇਵ ਤੇ ਭਾਵੈ। ਗੁਰੂ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਦਾ ਫਲ ਸਾਡੇ ਨਾਲ ਰਹਿਣ ਦਾ ਤੈਨੂੰ ਕਰਮਚੰਦ ਮਿਲਣਾ ਹੈ, ਉਸੇ ਤਰ੍ਹਾਂ ਦਾ ਫਲ ਤੈਨੂੰ ਇੱਥੇ ਰਹਿਣ ਦੇ ਨਾਲ ਮਿਲੇਗਾ ਜੇਕਰ ਤੂੰ ਮਾਨੋ ਕਿ ਆਉਣ ਜਾਣ ਦੇ ਵਾਸਤੇ ਜਗ੍ਹਾ ਬਣਾਵੇਂਗਾ ਤੇ ਸਿੱਖਾਂ ਸੇਵਕਾਂ ਦੀ ਸੇਵਾ ਕਰੇਗਾ। ਇਮਦੈ ਧੀਰਜ ਚਲੇ ਅਗਾਰੀ, ਬਾਰ ਦੇਸ਼ ਜਿਸ ਦਿਸ਼ਾ ਮਜਾਰੀ। ਕਵੀ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਕਰਮਚੰਦ ਨੂੰ ਧੀਰਜ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਚੱਲੇ ਨੇ। ਬਾਰ ਦੇਸ਼ ਜਿਸ ਦਿਸ਼ਾ ਮਜਾਰੀ, ਮਾਨੋ ਕਿ ਬਾਰ ਦਾ ਇਲਾਕਾ ਜਿਹੜੀ ਦਿਸ਼ਾ ਦੇ ਵੱਲ ਹੈ ਨਾ, ਉਸ ਪਾਸੇ ਚਲੇ ਗਏ। ਪੰਥ ਉਲੰਘਤ ਪਹੁੰਚੇ ਜਾਈ,
ਤਲਵੰਡੀ ਨਗਰੀ ਜਿਸ ਥਾਈ। ਇਸੇ ਤਰ੍ਹਾਂ ਰਸਤੇ ਨੂੰ ਤੈਅ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਨੋ ਕਿ ਤਲਵੰਡੀ ਨਗਰੀ ਦੇ ਵਿੱਚ ਪਹੁੰਚ ਗਏ ਨੇ, ਜਿੱਥੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਸੀ। ਸ੍ਰੀ ਨਾਨਕ ਸਰ ਪਰ ਕਰ ਡੇਰਾ, ਕੀਨ ਇਸ਼ਨਾਨ ਬਿਮਲ ਜਲ ਹੀਰਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਉੱਥੇ ਸਰੋਵਰ ਬਣਿਆ ਹੋਇਆ, ਉਹਦੇ ਕੰਢੇ ਤੇ ਜਾ ਕੇ ਡੇਰਾ ਲਾਇਆ ਤੇ ਫਿਰ ਉਸ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ, ਜਿਸ ਦਾ ਪਾਣੀ ਬਹੁਤ ਹੀ ਜ਼ਿਆਦਾ ਪਵਿੱਤਰ ਸੀ। ਬਹੁਤ ਮੋਲ ਕੀ ਪੋਸ਼ਿਸ਼ ਨਹੀਂ, ਪਹਿਰੀ ਤਨ ਸ਼ੋਭਾਇਤ ਭਈ। ਸਤਿਗੁਰਾਂ ਨੇ ਇਸ਼ਨਾਨ ਕਰਨ ਤੋਂ ਬਾਅਦ ਬਹੁਤ ਵੱਡ ਮੁੱਲੀ ਜਿਹੜੀ ਪੁਸ਼ਾਕ ਸੀ ਉਸ ਨੂੰ ਧਾਰਨ ਕੀਤਾ, ਜਿਸ ਨੂੰ ਪਹਿਨਣ ਦੇ ਨਾਲ ਮਾਨੋ ਕਿ ਸਤਿਗੁਰਾਂ ਦੇ ਸਰੀਰ ਦੀ ਜਿਹੜੀ ਸ਼ੋਭਾ ਸੀ ਨਾ ਹੋਰ ਵੀ ਦੁਣੀ ਵੱਧ ਗਈ। ਸੂਖਮ ਬਹੁ ਪਾਲੇ ਕੋ ਜਾਮਾ, ਕਲਗੀ ਜਿਗਾ ਸੀਸ ਅਬੇਰਾਮਾ। ਬਹੁਤੇ ਸਾਰੇ ਪੱਲਿਆਂ ਵਾਲਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਾਮਾ ਪਹਿਨਿਆ ਹੈ। ਇਸ ਤੋਂ ਇਲਾਵਾ ਸਿਰ ਦੇ ਉੱਤੇ ਦਸਤਾਰ ਸਜਾਈ ਹੈ, ਜਿਸ ਦੇ ਉੱਤੇ ਜਿਗਾ ਲਾਈ ਹੈ, ਫੇਰ ਉੱਪਰ ਦੀ ਕਲਗੀ ਜੜੀ। ਸ਼ਮਸ ਸ਼ਿਆਮ ਦੀਰਘ ਮੁਖ ਮੰਡਲ, ਮੁਕਤਾ ਮਾਲ ਕਰਨ ਕਲ ਕੁੰਡਲ। ਇਸ ਤੋਂ ਇਲਾਵਾ ਮਾਨੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕਾਲਾ ਦਾੜਾ ਹੈ, ਜਿਹਦੇ ਵਿੱਚੋਂ ਮੁਖ ਮੰਡਲ ਬਹੁਤ ਜ਼ਿਆਦਾ ਸੁੰਦਰ ਲੱਗਦਾ ਹੈ। ਮੋਤੀਆਂ ਦੀ ਜਿਹੜੀ ਮਾਲਾ ਹੈ ਉਹ ਗਲੇ ਦੇ ਵਿੱਚ ਪਹਿਨੀ ਹੈ, ਕੰਨਾਂ ਦੇ ਵਿੱਚ ਕੁੰਡਲ ਪਾਏ ਨੇ। ਸੈਤ ਸਿਪਰ ਸ਼ੋਭਤ ਸਮਸ਼ੇਰ, ਕਸੀ ਕਮਰ ਪੌਰਖ ਸਮ ਸ਼ੇਰ। ਇਸ ਤੋਂ ਬਾਅਦ ਸਤਿਗੁਰਾਂ ਨੇ ਢਾਲ ਨੂੰ ਧਾਰਨ ਕੀਤਾ ਹੈ, ਫਿਰ ਗਲ ਦੇ ਵਿੱਚ ਤਲਵਾਰ ਨੂੰ ਪਹਿਨਿਆ ਹੈ, ਔਰ ਇਸ ਤੋਂ ਇਲਾਵਾ ਸਤਿਗੁਰਾਂ ਨੇ ਕਮਰ ਕੱਸਾ ਲਾਇਆ ਹੈ। ਕਵੀ ਜੀ ਲਿਖਦੇ ਨੇ ਪੌਰਖ ਸਮ ਸ਼ੇਰ, ਭਾਵ ਕੇ ਸ਼ੇਰ ਦੇ ਵਾਂਗ ਪ੍ਰਤੀਤ ਹੁੰਦੇ ਨੇ। ਦਰਬ ਪ੍ਰਸਾਦ ਬਹੁਤ ਉਚਵਾਏ, ਫਲ ਕਸ਼ਮੀਰ ਦੇਸ਼ ਕੇ ਲਿਆਏ। ਪੈਸੇ ਤੇ ਬਹੁਤ ਸਾਰਾ ਪ੍ਰਸ਼ਾਦ ਸਤਿਗੁਰਾਂ ਤੋਂ ਚੁਕਵਾਇਆ ਹੈ, ਜਿਸ ਪ੍ਰਸ਼ਾਦ ਦੇ ਵਿੱਚ ਮੰਨੋ ਕਿ ਕਸ਼ਮੀਰ ਦੇ ਜਿਹੜੇ ਵੱਡ ਮੁੱਲੇ ਫਲ ਨੇ ਉਹ ਵੀ ਸ਼ਾਮਿਲ ਨੇ। ਪ੍ਰਥਮ ਤਾਲ ਪਰ ਅਰਪ ਉਪਾਇਨ, ਪੁਨ ਪਹੁੰਚੇ ਚੱਲ ਕਰ ਤਿਸ ਆਇਨ। ਪਹਿਲਾਂ ਤੇ ਉਸ ਸਰੋਵਰ ਦੇ ਕਿਨਾਰੇ ਦੇ ਉੱਤੇ ਅਰਪੀ ਗਈ ਹੈ ਭੇਟਾ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਘਰ ਦੇ ਵਿੱਚ ਪ੍ਰਵੇਸ਼ ਕੀਤੇ ਨੇ, ਜਿੱਥੇ ਸਤਿਗੁਰਾਂ ਦਾ ਅਵਤਾਰ ਹੋਇਆ ਸੀ। ਜਨਮ ਲੀਨ ਸ੍ਰੀ ਨਾਨਕ ਜਹਾਂ, ਤਾਰੇ ਅਕੋਰ ਦਰਸ਼ਨ ਕੋ ਲਹਾ। ਜਿੱਥੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਨੂੰ ਧਾਰਨ ਕੀਤਾ ਸੀ, ਉਸ ਜਗ੍ਹਾ ਦਾ ਜਾ ਕੇ ਦਰਸ਼ਨ ਕੀਤਾ, ਉੱਥੇ ਵੀ ਮਾਨੋ ਕਿ ਨਮਸਕਾਰ ਕਰਕੇ ਭੇਟਾ ਰੱਖੀ। ਔਰ ਕਰ ਧਿਆਨ ਮਦਰ ਫਲ ਤਰੇ, ਬੇਨਤੀ ਬੰਤ ਬੰਦਨਾ ਕਰੇ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਧਿਆਨ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕੀਤਾ ਤੇ ਮਿੱਠੇ ਫਲਾਂ ਦੀ ਭੇਟਾ ਰੱਖੀ, ਔਰ ਹੱਥ ਜੋੜ ਕੇ ਬਾਰ-ਬਾਰ ਨਮਸਕਾਰਾਂ ਕੀਤੀਆਂ ਗਈਆਂ। ਤਹਿ ਦਰਸ਼ਨ ਕਰ ਆਣ ਸਥਾਨ, ਚਲੇ ਬਤਾਵਤ ਗੁਰੂ ਭਗਵਾਨ। ਉਥੋਂ ਦਰਸ਼ਨ ਕਰਕੇ ਬਾਹਰ ਨਿਕਲੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਨੋ ਕਿ ਵੱਖਰੀ ਵੱਖਰੀ ਜਗ੍ਹਾ ਦਾ ਜਿਹੜਾ ਦਰਸ਼ਨ ਹੈ ਨਾ ਉਹ ਨਾਲੇ ਕਰਦੇ ਜਾਂਦੇ ਨੇ ਤੇ ਨਾਲ ਦੇ ਸਾਥੀਆਂ ਨੂੰ ਕਹਿ ਕਹਿ ਕੇ ਕਰਾਈ ਜਾਂਦੇ ਨੇ। ਜਿਸ ਤਰ ਵਰ ਕੇ ਤਰ ਪ੍ਰਭ ਪਰੇ, ਆਏ ਸ਼ੇਸ਼ ਮੁਖ ਛਾਇਆ ਕਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਿਰ ਉਸ ਜਗ੍ਹਾ ਦਾ ਜਾ ਕੇ ਦਰਸ਼ਨ ਕੀਤਾ, ਜਿਸ ਜਗ੍ਹਾ ਦੇ ਉੱਤੇ ਇੱਕ ਬਹੁਤ ਸੰਘਣਾ ਰੁੱਖ ਸੀ, ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇੱਕ ਸਮੇਂ ਉਸ ਰੁੱਖ ਦੇ ਥੱਲੇ ਆਣ ਕੇ ਬਿਰਾਜੇ ਸਨ, ਤੇ ਮੁਖੜੇ ਦੇ ਉੱਤੇ ਧੁੱਪ ਆ ਗਈ ਸੀ, ਤੇ ਸ਼ੇਸ਼ ਨਾਗ ਨੇ ਆਣ ਕੇ ਸਤਿਗੁਰਾਂ ਦੇ ਮੁਖੜੇ ਦੇ ਉੱਤੇ ਛਾਂ ਕੀਤੀ ਸੀ। ਉਸ ਜਗ੍ਹਾ ਦਾ ਜਾ ਕੇ ਦਰਸ਼ਨ ਕੀਤਾ। ਕਥਾ ਸੁਨਾਵਤ ਦਰਸ ਕਰਾਵਾ, ਸਭ ਹਿਨ ਤਿਸ ਥਲ ਸੀਸ ਨਿਵਾਵਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਨਾਲੇ ਉਸ ਜਗ੍ਹਾ ਦੀ ਕਥਾ ਸੁਣਾਈ, ਨਾਲੇ ਸਾਰਿਆਂ ਨੂੰ ਦਰਸ਼ਨ ਕਰਾਇਆ, ਤੇ ਨਾਲੇ ਦਰਸ਼ਨ ਕੀਤਾ। ਸਾਰਿਆਂ ਨੇ ਸਿਰ ਨਿਵਾ ਕੇ ਉੱਥੇ ਨਮਸਕਾਰ ਕੀਤੀ।
बिरछ बिलो क्यों बहुरो जाए, टिकी रही जह तर पर छाए। इस तो बाद कवि जी लिखते ने कि एक होर रुख दा जाके दर्शन किया, जिस रुख दी मानो के छां एक जगह तो दूसरी थां ते नहीं सी परती। ये दो जगह ने, एक रुख ते वो है जिथे के धुप आ गई सी मुखड़े दे उत्ते ते शेषनाग ने छां कीती सी। सतगुरु नानक देव सच्चे पातशाह जी दे मुखड़े दे उत्ते ते इतिहास दे विच इस तरह दा प्रसंग भी आउंदा है कि एक रुख दे थल्ले जदों सतगुरु नानक देव सच्चे पातशाह जी बिराजे सन ते मानो कि रुख दा परछावां ही नहीं सी टलिया, क्योंकि जिवें जिवें सूरज चढ़दा है तिवें तिवें परछावें दी दिशा बदलदी जांदी है। पर सतगुरु सच्चे पातशाह जी दी ऐसी लीला हुई कि परछावां जिथे मुखड़े ते छां करदा सी उत्थे ही छां करदा रहा, होर किसी भी पासे परछावां नहीं घुमिया, भावें कि सूरज भावें किसी पासे भी चला गया। ग्रंथाकार भाई संतोख सरी जी लिखते ने कि फिर उस जगह दा जाके रुख दा दर्शन कराया जिहदा परछावां नहीं सी हिलिया। पुण केदार सो जाय निहारियो, महखिन चारियो करियो द्रुत हरियो। जिथे हुण क्यारा साहब गुरुद्वारा बनिया उत्थे जाके दर्शन किया, क्योंकि सतगुरु नानक देव सच्चे पातशाह जी जदों मझां चारदे सन ते सतगुरां दी समाधि लागी ते मझां ने मानो के किसे होर लागले जिमीदार दे खेत नूं उजाड़ दिता ते जाके शिकायत कीती राय बुलार दे अगे कि कालू दे पुत्र ने मेरा खेत उजाड़ दिता है। ते सतगुरु सच्चे पातशाह जी दे प्रताप नूं राय बुलार जानदा सी। राय बुलार ने जदों जाके मौका वेख्या ते खेत उसे तरीके दे नाल हरिया भरिया सी। कवि जी उस गल दा जिक्र करदे ने कि फिर उस जगह दा जाके दर्शन किया जिथे कि मझां ने पहला उस खेत नूं वीरान कर दिता सी, पर सतगुरां दी अजमत दे नाल करामात दे नाल वो पहलां दी तरह हरा भरा हो गया सी। उस जगह दा जाके दर्शन किया। इत्यादक फिर सर्ब स्थान, यात्रा करी पाओ को ठान। कवि जी लिखते ने कि इस तरीके दे नाल हर एक जगह दा जाके दर्शन किया है, यात्रा करी है हर एक जगह दी जाके बड़े प्रेम दे नाल। आन बिराजे सतगुर डेरे, पसरी खबर देश चहु पेरे। जिथे सतगुरां ने डेरा लाया सी उत्थे आन के मानो के बह गए ने, सारे इलाके दे विच सतगुरां दे आउण दी जिहड़ी खबर है ना वो फैल गई। व्रत एकादशी दिवस निमानी, आयो मेला भरियो महानी। क्योंकि निमाणी एकादशी वाले दिन बहुत वड्डा मेला लगता है, इस करके मानो के संगतां दूरों नेड़े आईयां ते मेला बहुत वड्डा भरिया। बेदी लालू चाचा गुर को, तिसको पर पोतरा हित कर सो। सतगुरु नानक देव सच्चे पातशाह जी बेदी कुल दे विच प्रगट होए ने। सतगुरु नानक देव सच्चे पातशाह जी दा एक चाचा सी जिसदा नाम सी लालू। कवि जी लिखते ने कि उस सतगुरां दे चाचे दा अगों जिहड़ा पड़पोतरा है ना वो मानो के हित नूं धारण करके सतगुरु हरगोबिंद सच्चे पातशाह जी दे दर्शनां दे वास्ते आया। सोध सुन के मन मोद पायो, सुत बुलार कुल ताहे सुनायो। एक ते लालू जी दा पड़पोतरा आया है ते दूसरे पासे मानो के राय बुलार भी सतगुरु सच्चे पातशाह जी दा बड़ा प्रेमी से। राय बुलार दी कुल दे विचों भी कोई उस दा पड़पोतरा अगों चल के सतगुरां दे दर्शनां वास्ते पहुंचे। मिलकर शुभ मानव समुदाय, आछी वस्तु संग ले आए। एक पासे लालू जी दा पड़पोतरा है, दूसरे पासे मानो के अगों पड़पोतरा है या कोई भी है, भाव के पुत्र भी हो सकता है, पोतरा भी हो सकता है, पड़पोतरा भी हो सकता है, क्योंकि उम्रां दा कोई बंधन नहीं है, किसी दी उम्र वड्डी किसी दी छोटी। हुण ग्रंथाकार भाई संतोख सिंह जी ने लालू जी दा ते पड़पोतरा लिखिया है, पर राय बुलार दा की लगदा है, पोतरा लगदा है या पड़पोतरा लगदा है, इसदा कोई जिक्र नहीं किया। पर यह गल जरूर लिखी है कि उहदी कुल दे विचों भी कोई सतगुरां दे दर्शनां दे वास्ते आया है, चंगियां चीजां सतगुरां दे चरनां दे विच भेटा रखण दे वास्ते लैके आए।
हृदय भाओ तर सब कर जोर, मिले गुरु को अर्प अकोर। ਹਿਰਦੇ ਦੇ ਵਿੱਚ ਪ੍ਰੇਮ ਦੀ ਭਾਵਨਾ ਨੂੰ ਧਾਰਨ ਕਰਕੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਨਮਸਕਾਰ ਕੀਤੀ ਹੈ ਤੇ ਬੜੇ ਹਿੱਤ ਦੇ ਨਾਲ ਭੇਟਾਂ ਨੂੰ ਰੱਖ ਕੇ ਸਤਿਗੁਰਾਂ ਨੂੰ ਮਿਲੇ। ਫਰਸ਼ ਵਿਸਾਲ ਦੀਵਾਨ ਬੜੇਰਾ, ਰਾਜ ਸਮਾਜ ਦਿਪੈ ਗੁਰ ਕੇਰਾ। ਬਹੁਤ ਵੱਡਾ ਫਰਸ਼ ਬਣਾਇਆ ਗਿਆ, ਭਾਵ ਕਿ ਵਿਛਾਈਆਂ ਦੂਰ ਦੂਰ ਤੱਕ ਕੀਤੀਆਂ ਗਈਆਂ ਨੇ। ਔਰ ਮਾਨੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਰਾਜ ਸਮਾਜ ਹੈ ਉਹ ਬਹੁਤ ਜ਼ਿਆਦਾ ਵੱਡਾ ਹੈ। ਪਿਖੀ ਸਭਨ ਕੋ ਕਰ ਸਨਮਾਨਾ, ਕੁਸ਼ਲ ਨਾਮ ਬੂਝਣ ਠਾਨਾ। ਜਦੋਂ ਦੋਵੇਂ ਦਰਸ਼ਨ ਕਰਕੇ ਬਹਿ ਗਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦਾ ਵੱਡਾ ਸਨਮਾਨ ਕੀਤਾ, ਬੜਾ ਸਤਿਕਾਰ ਕੀਤਾ ਤੇ ਮਾਨੋ ਕਿ ਸੁਖ ਸ਼ਾਂਤੀ ਤੇ ਰਾਜੀ ਖੁਸ਼ੀ ਦੀ ਖਬਰ ਪੁੱਛੀ। ਤਿੰਨ ਵੱਡਿਆਂ ਕੀ ਜਥਾ ਕਹਾਣੀ, ਗੁਰ ਪੁੱਛੀ ਤਿੰਨ ਅਖਲ ਬਖਾਨੀ। ਉਹਨਾਂ ਦੇ ਵੱਡਿਆਂ ਦੀ ਜਿਹੜੀ ਕਥਾ ਸੀ, ਜਿਹੜੀ ਕਹਾਣੀ ਸੀ, ਉਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪੁੱਛੀ ਤੇ ਉਹਨਾਂ ਨੇ ਸੁਣਾਈ। ਰਾਏ ਬੁਲਾਰ ਦੀ ਕੁਲ ਦੇ ਵਿੱਚੋਂ ਜਿਹੜਾ ਪਹੁੰਚਿਆ ਸੀ, ਉਹਨੇ ਰਾਏ ਬੁਲਾਰ ਦੀਆਂ ਕਥਾਵਾਂ ਸੁਣਾਈਆਂ ਕਿ ਕਿਸ ਤਰ੍ਹਾਂ ਦਾ ਪ੍ਰੇਮ ਸੀ ਸਤਿਗੁਰੂ ਨਾਨਕ ਦੇਵ ਦੇ ਨਾਲ ਉਹਨਾਂ ਦਾ। ਇਸ ਤੋਂ ਇਲਾਵਾ ਜਿਹੜਾ ਲਾਲੂ ਦਾ ਪੜਪੋਤਰਾ ਸੀ, ਉਹਨੇ ਮਾਨੋ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਾਚੇ ਲਾਲੂ ਦੀਆਂ ਕਥਾਵਾਂ ਦੱਸੀਆਂ ਕਿ ਉਹਦਾ ਕਿਸ ਤਰ੍ਹਾਂ ਦਾ ਪ੍ਰੇਮ ਸੀ ਸਤਿਗੁਰੂ ਨਾਨਕ ਦੇ ਨਾਲ। ਸਿਰੇ ਪਾਓ ਬਹੁ ਮੋਲੇ ਜੇਈ, ਬਖਸ਼ੇ ਦੋਨੋਂ ਕੋ ਪਿਖ ਤੇਈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬੜੇ ਵੱਡ ਮੁੱਲੇ ਜਿਹੜੇ ਸਰੋਪੇ ਨੇ ਨਾ, ਉਹ ਦੋਵਾਂ ਨੂੰ ਪ੍ਰਦਾਨ ਕੀਤੇ। ਅਤ ਆਨੰਦ ਪਾਇਓ ਗੁਰ ਮਿਲ ਕੇ, ਪਰਖਤ ਪੇ ਉਦਾਰ ਵੱਡ ਉਰ ਕੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਿਲ ਕੇ ਉਹਨਾਂ ਦੋਵਾਂ ਨੂੰ ਬਹੁਤ ਹੀ ਜ਼ਿਆਦਾ ਆਨੰਦ ਮਿਲਿਆ। ਪਰਖਤ ਪੇ ਉਦਾਰ ਵੱਡ ਉਰ ਕੋ, ਉਹਨਾਂ ਨੇ ਪਰਖਣਾ ਕੀਤੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਕਿ ਮਾਨੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਿਰਦੇ ਦੇ ਬੜੇ ਉਦਾਰ ਨੇ। ਪੁਨ ਮੇਲਾ ਆਇਓ ਥਲ ਪਰਸਨ, ਤਿਨ ਸਭ ਹਿਨ ਲੀਨਸ ਗੁਰ ਦਰਸ਼ਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਇਲਾਵਾ ਮੇਲੇ ਦੇ ਵਿੱਚ ਜਿਹੜੇ ਪਹੁੰਚੇ ਸਨ ਉਹਨਾਂ ਸਾਰਿਆਂ ਨੇ ਵੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਜਗ੍ਹਾ ਦਾ ਦਰਸ਼ਨ ਕੀਤਾ ਔਰ ਇਸ ਤੋਂ ਇਲਾਵਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ। ਯਥਾ ਸ਼ਕਤ ਭੇਟਣ ਅਰ ਪਾਵੇਂ, ਹਿਰਦੈ ਕਾਮਨਾ ਕਰੇ ਸੋ ਪਾਵੇਂ। ਯਥਾ ਸ਼ਕਤ ਸਾਰੀਆਂ ਸੰਗਤਾਂ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਭੇਟਾਵਾਂ ਨੂੰ ਰੱਖਿਆ ਹੈ ਔਰ ਜਿਹੜੀ ਕਿਸੇ ਦੇ ਮਨ ਦੀ ਕਾਮਨਾ ਸੀ ਉਹ ਸਤਿਗੁਰਾਂ ਦੀ ਕਿਰਪਾ ਦੇ ਨਾਲ ਪੂਰੀ ਹੋਈ। ਹਾਥ ਜੋਰ ਕਰ ਸੀਸ ਨਿਵਾਵੇਂ, ਸੁੰਦਰ ਗੁਰ ਸਰੂਪ ਦਰਸਾਵੇਂ। ਸਾਰੇ ਦੇ ਸਾਰੇ ਹੱਥ ਜੋੜ ਜੋੜ ਕੇ ਸਿਰਾਂ ਨੂੰ ਨਿਵਾ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰਾਂ ਕਰਦੇ ਨੇ ਔਰ ਸਤਿਗੁਰਾਂ ਦੇ ਸੁੰਦਰ ਸਰੂਪ ਦਾ ਦੀਦਾਰਾ ਕਰਦੇ ਨੇ। ਕਰੈ ਸਰਾਹਣ ਆਪਸ ਮਾਹੀ, ਸੁਜਸ ਕਰਤ ਨਿਤ ਨਿਜ ਘਰ ਜਾਹੀ। ਸਾਰੇ ਦੇ ਸਾਰੇ ਆਪਸ ਦੇ ਵਿੱਚ ਸਤਿਗੁਰਾਂ ਦੀ ਸ਼ਲਾਘਾ ਕਰਦੇ ਨੇ, ਸਤਿਗੁਰਾਂ ਦੇ ਜਸ ਨੂੰ ਬਿਆਨ ਕਰਦੇ ਨੇ ਤੇ ਆਪੋ ਆਪਣੇ ਘਰਾਂ ਦੇ ਵਿੱਚ ਮੁੜੇ ਜਾਂਦੇ ਨੇ। ਗ੍ਰਾਮ ਸਮੂਹਣ ਕੇ ਨਰ ਆਏ, ਕਰ ਮੇਲਾ ਸਤਿਗੁਰ ਦਰਸਾਏ। ਲਾਗੇ ਲਾਗੇ ਕਵੀ ਜੀ ਲਿਖਦੇ ਨੇ ਕਿ ਜਿੰਨੇ ਵੀ ਪਿੰਡ ਸੀ ਉਹਨਾਂ ਸਾਰਿਆਂ ਪਿੰਡਾਂ ਦੇ ਵਿੱਚੋਂ ਬਹੁਤੇ ਸਾਰੇ ਮਨੁੱਖ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਪਹੁੰਚੇ ਨੇ, ਨਾਲੇ ਸਤਿਗੁਰਾਂ ਦਾ ਦਰਸ਼ਨ ਕੀਤਾ ਤੇ ਨਾਲੇ ਜਿਹੜਾ ਉੱਥੇ ਮੇਲਾ ਹੋ ਰਿਹਾ ਸੀ ਉਹਦਾ ਆਨੰਦ ਮਾਣਿਆ। ਇਸ ਪ੍ਰਕਾਰ ਸ੍ਰੀ ਹਰਿ ਗੋਬਿੰਦ, ਦੇਖ ਦੇਖ ਗਮਨੇ ਨਰ ਬ੍ਰਿੰਦ। ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰ ਕਰਕੇ ਬਹੁਤੇ ਸਾਰੇ ਮਨੁੱਖ ਮੁੜੇ। ਕੇਤਕ ਦਿਨ ਤਾਂ ਬਾਸਾ ਕਰਕੇ, ਕਰਿਓ ਕੋਚ ਹੈ ਸੁੰਦਰ ਚਰਕੈ।
ਇਸੇ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕਾਫੀ ਦਿਨਾਂ ਤੱਕ ਉਸੇ ਜਗ੍ਹਾ ਦੇ ਉੱਤੇ ਆਪਣਾ ਨਿਵਾਸ ਰੱਖਿਆ ਤੇ ਫਿਰ ਸੁੰਦਰ ਘੋੜੇ ਦੀ ਸਵਾਰੀ ਕਰਕੇ ਚੱਲ ਪਏ। ਸਣੇ ਸਣੇ ਮੱਦਰੀ ਚਲ ਆਏ, ਸ਼ੁਭ ਸਥਾਨ ਪਿਖ ਸਿਵਰ ਕਰਾਏ। ਹੌਲੀ ਹੌਲੀ ਚਲਦਿਆਂ ਚਲਦਿਆਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਮੱਦਰੀ ਨਾਂ ਦੇ ਪਿੰਡ ਦੇ ਵਿੱਚ ਪਹੁੰਚ ਗਏ ਨੇ। ਸ਼ੇਖੂਪੁਰੇ ਦੇ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਹੈ ਜਿਸ ਦਾ ਨਾਮ ਹੈ ਮੱਦਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਪਹੁੰਚੇ ਨੇ। ਉਸ ਪਿੰਡ ਦੇ ਵਿੱਚ ਚੰਗੀ ਵਧੀਆ ਜਗ੍ਹਾ ਦੇਖ ਕੇ ਸਤਿਗੁਰਾਂ ਨੇ ਆਪਣਾ ਡੇਰਾ ਲਾ ਲਿਆ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਮੱਦਰੀ ਉਤਰੇ ਗੁਰ ਪ੍ਰਭੂ, ਦਾਸਣ ਲਾਏ ਤੁਰੰਗ, ਫਰਸ਼ ਕਰਾਏ ਵਿਸਾਲ ਕੋ, ਬੈਠੇ ਸਿੱਖ ਭਟ ਸੰਗ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਮੱਦਰੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਡੇਰਾ ਲਾਇਆ ਹੈ, ਉੱਥੇ ਸਾਰਿਆਂ ਦਾਸਾਂ ਨੇ ਘੋੜਿਆਂ ਨੂੰ ਕਤਾਰਾਂ ਦੇ ਵਿੱਚ ਬੰਨ੍ਹ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਵੱਡੀ ਵਿਛਾਈ ਕਰਵਾਈ, ਜਿਹਦੇ ਉੱਤੇ ਸਤਿਗੁਰਾਂ ਦੇ ਸ਼ਸਤਰਧਾਰੀ ਯੋਧੇ ਤੇ ਆਮ ਸਿੱਖ ਬੈਠੇ। ਗ੍ਰਾਮ ਵਿਖੇ ਨਰ ਸੁਣ ਸਭ ਆਏ, ਅਰ ਪਇਓ ਪਾਇਨ ਸੀਸ ਨਿਵਾਏ। ਪਿੰਡ ਦੇ ਵਿੱਚ ਸਤਿਗੁਰਾਂ ਦੇ ਆਉਣ ਦੀ ਖਬਰ ਪਹੁੰਚੀ ਹੈ ਤੇ ਬਹੁਤੇ ਸਾਰੇ ਭੇਟਾਂ ਨੂੰ ਨਾਲ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ। ਆਣ ਕੇ ਸਤਿਗੁਰਾਂ ਦਾ ਦਰਸ਼ਨ ਕੀਤਾ। ਸੇਵਾ ਸਰਬ ਕਰੀ ਗੁਰ ਕੇਰੀ, ਇੱਕ ਸਿੱਖ ਨੇ ਭਾਖਿਓ ਤਿਸ ਬੇਰੀ। ਸਾਰਿਆਂ ਨੇ ਮਾਨੋ ਕਿ ਵਿੱਤ ਦੇ ਮੁਤਾਬਕ ਸੇਵਾ ਕੀਤੀ ਸਤਿਗੁਰਾਂ ਦੀ। ਇੱਕ ਸਿੱਖ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇੰਜ ਬੇਨਤੀ ਕੀਤੀ। ਸ੍ਰੀ ਅਰਜਨ ਕੋ ਆਸਾਏ ਹਾਂ, ਪਗ ਕੀ ਪਨਹੀ ਉੱਤਮ ਮਹਾ। ਇੱਕ ਸਿੱਖ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਜ਼ ਕੀਤੀ ਕਿ ਇਹ ਸੱਚੇ ਪਾਤਸ਼ਾਹ, ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਹੱਥ ਦਾ ਇੱਕ ਸੋਟਾ ਤੇ ਸਤਿਗੁਰਾਂ ਦਾ ਜੋੜਾ ਇੱਥੇ ਸਾਡੇ ਕੋਲ ਸਾਡੇ ਪਿੰਡ ਦੇ ਵਿੱਚ ਹੈ। ਸੁਣ ਸਤਿਗੁਰ ਸੋ ਨਿਕਟ ਮੰਗਾਏ, ਕਰ ਦਰਸ਼ਨ ਸਭ ਸੀਸ ਨਿਵਾਏ। ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਾ ਕਿ ਪਿੰਡ ਦੇ ਵਿੱਚੋਂ ਕਿਸੇ ਇੱਕ ਦੇ ਘਰ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਹੱਥ ਦਾ ਸੋਟਾ ਹੈ ਤੇ ਨਾਲੇ ਸਤਿਗੁਰਾਂ ਦੇ ਪਵਿੱਤਰ ਚਰਨ ਕਮਲਾਂ ਦਾ ਜੋੜਾ ਹੈ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਹੁਕਮ ਕਰਕੇ ਉਹਨਾਂ ਦੋਵਾਂ ਚੀਜ਼ਾਂ ਨੂੰ ਮੰਗਾਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਨਾਲੇ ਉਹਨਾਂ ਚੀਜ਼ਾਂ ਦਾ ਆਪ ਦਰਸ਼ਨ ਕੀਤਾ ਹੈ ਤੇ ਨਾਲੇ ਦੂਜਿਆਂ ਨੇ ਦਰਸ਼ਨ ਕੀਤਾ ਤੇ ਸਤਿਗੁਰਾਂ ਦੇ ਜੋੜੇ ਦੇ ਉੱਤੇ ਸਿਰਾਂ ਨੂੰ ਨਾਲ ਆ ਕੇ ਨਮਸਕਾਰਾਂ ਕੀਤੀਆਂ। ਜੇਠੇ ਬੂਝੋ ਗੁਰ ਕਿਸ ਕਾਰਨ, ਦੀਏ ਤੁਮੇ ਸੋ ਕਰੋ ਉਚਾਰਨ। ਜਿਹੜੇ ਸਿੱਖ ਦੇ ਘਰ ਦੇ ਵਿੱਚ ਉਹ ਦੋਵੇਂ ਚੀਜ਼ਾਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀਆਂ ਨਿਸ਼ਾਨੀ ਦੇ ਰੂਪ ਦੇ ਵਿੱਚ ਮੌਜੂਦ ਸਨ। ਭਾਈ ਜੇਠਾ ਨੇ ਉਸ ਨੂੰ ਆਖਿਆ, ਕਹਿੰਦਾ ਕਿ ਕਿਹੜਾ ਐਸਾ ਕਾਰਨ ਹੋਇਆ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਦੋਵੇਂ ਚੀਜ਼ਾਂ ਤੁਹਾਨੂੰ ਬਖਸ਼ ਦਿੱਤੀਆਂ। ਸੁਣ ਸਿੱਖ ਮਾਣਿਕ ਜਿਸ ਕੋ ਨਾਮੂ, ਕਹਿਬੇ ਲਗਿਓ ਪ੍ਰਸੰਗ ਅਬੀਰਾਮੂ। ਸੁਣ ਕੇ ਸਿੱਖ ਜਿਸ ਦਾ ਨਾਮ ਮਾਣਿਕ ਸੀ, ਉਹਨੇ ਦੱਸਣਾ ਸ਼ੁਰੂ ਕੀਤਾ ਸਾਰਾ ਪ੍ਰਸੰਗ ਕਿ ਕਿਸ ਤਰੀਕੇ ਦੇ ਨਾਲ ਇਹ ਸਤਿਗੁਰਾਂ ਦਾ ਜੋੜਾ ਤੇ ਸਤਿਗੁਰਾਂ ਦਾ ਸੋਟਾ ਸਾਨੂੰ ਨਸੀਬ ਹੋਇਆ। ਸ੍ਰੀ ਅਰਜਨ ਜੀ ਇਸ ਥਲ ਆਏ, ਸਿੱਖ ਕਿਦਾਰਾ ਮਿਲਿਓ ਸੋ ਧਾਏ। ਉਹ ਮਾਣਕ ਸਾਰੀ ਵਾਰਤਾ ਨੂੰ ਦੱਸਦਾ ਹੈ। ਕਹਿੰਦਾ ਕਿ ਇੱਕ ਸਮੇਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਾਡੇ ਪਿੰਡ ਦੇ ਵਿੱਚ ਆਏ ਸਨ। ਸਤਿਗੁਰਾਂ ਦਾ ਇੱਕ ਬਹੁਤ ਪ੍ਰੇਮੀ ਸਿੱਖ ਸੀ ਜਿਸ ਦਾ ਨਾਮ ਕਿਦਾਰਾ ਸੀ। ਡੇਰਾ ਧਰਮਸ਼ਾਲ ਕਰਵਾਇਓ, ਸੇਵਾ ਕਰਤ ਅਦਕ ਚਿਤ ਲਾਇਓ। ਧਰਮਸ਼ਾਲਾ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਡੇਰਾ ਕਰਵਾਇਆ ਗਿਆ ਤੇ ਉਹ ਜਿਹੜਾ ਕਿਦਾਰਾ ਸੀ ਨਾ, ਉਹਨੇ ਬਹੁਤ ਹੀ ਜ਼ਿਆਦਾ ਹਿੱਤ ਚਿੱਤ ਦੇ ਨਾਲ ਸਤਿਗੁਰਾਂ ਦੀ ਸੇਵਾ ਕੀਤੀ। ਹੋਤੀ ਹੰਜੀਰਾਂ ਘਰ ਮੈਂ ਤਾਹੀ, ਦੇਤ ਬਿਖਾਦ ਮਿਟਤ ਸੋ ਨਾਹੀ। ਤੇ ਮਾਣਕ ਕਹਿੰਦਾ ਹੈ
ਕਿ ਉਹ ਜਿਹੜਾ ਕਿਦਾਰਾ ਸਿੱਖ ਸੀ ਉਹਨੂੰ ਹਜੀਰਾਂ ਦਾ ਰੋਗ ਸੀ, ਜਿਹੜਾ ਕਿ ਉਹਦੇ ਗਲ ਦੇ ਨਾਲ ਬਹੁਤਾ ਜ਼ਿਆਦਾ ਲੱਗਿਆ ਹੋਇਆ ਸੀ। ਦੇਤ ਵਿਖਾਦ ਮਿਟਤ ਸੋ ਨਾਹੀ, ਹਜੀਰਾਂ ਦਾ ਇੱਕ ਰੋਗ ਹੁੰਦਾ ਹੈ ਗਲ ਦੇ ਵਿੱਚ। ਕਹਿੰਦਾ ਹੈ ਕਿ ਉਹ ਹਜੀਰਾਂ ਦੇ ਰੋਗ ਦੇ ਨਾਲ ਪੀੜਤ ਸੀ, ਬਹੁਤ ਜ਼ਿਆਦਾ ਉਹਨੂੰ ਦਰਦ ਹੁੰਦੀ ਸੀ, ਪਰ ਕਿਸੇ ਵੀ ਤਰੀਕੇ ਦੇ ਨਾਲ ਹਜੀਰਾਂ ਦਾ ਜਿਹੜਾ ਰੋਗ ਹੈ ਨਾ ਉਹ ਕਿਦਾਰੇ ਸਿੱਖ ਤੋਂ ਨਹੀਂ ਸੀ ਲੱਥਾ। केतक कर उपाओ को हारा, नहीं किसे औखद रोग निवारा। कहता है कि उस किदारे ने बड़े इलाज करवाए, बड़े यत्न किए, पर किसी भी तरीके दे नाल, किसी भी औषधि दे नाल ओदा जिहड़ा हंजीरां दा रोग सी ना वो दूर ना होया। जतन करन ते पुण हट रहियो, एक अलंब गुरु को लहियो। पहला ते कहंदा बड़े यत्न कीते, बड़ियां दवाइयां खादियां, बड़े इलाज करवाए, पर आखिरकार कहंदे ने कि उस किदारे ने दवाइयां खाणियां बंद कर दित्तियां, कोई भी इलाज ना करवाया। मन दे विच सोचण लगा कि जदों गुरु दी कृपा होएगी आपे ठीक हो जाएगा, क्योंकि गुरु दी कृपा तो बगैर इन्हें ठीक नहीं होना। उन्हें मानो कि आस ही छड़ दित्ती सी कि कदे मेरा यह रोग दूर होवेगा। सिखी बिखै सदा सावधान, सेवा करत सप्रीत महान। पर कहता है कि किदारा बड़ा प्रेमी सिख सी, मानो कि कदे भी उन्हें सतगुरां दे चरणां दे विच ना ही इस तरह की अरदास की ते ना ही प्रतख दे रूप दे विच बेनती की कि सतगुरु जी मेरा ये रोग दूर होवे। इन्नी उच्ची अवस्था का मालक सी। कहता है कि सिक्खी दे विच बहुत ज्यादा सावधान सी, सेवा प्रेम दे नाल करदा रहा, पर सतगुरु जी भावें पिंड दे विच भी आए पर उन्हें अर्ज नहीं की कि मेरा रोग दूर होवे, ते ना ही कदे उन्हें मनो कोई अरदास की सी। जाम जामनी जब रह गई, दरसों गोरी इच्छा तिस पई। जदों पहर रात रहिंदी सी उस वेले मानो कि एकदम उस किदारे दे मन दे विच इस तरह की तीबर इच्छा पैदा हुई कि हुणे ही जाके सतगुरां दा दर्शन करां। श्री अर्जन पर्यंक पर थिरे, बैठियो आन भजन मुख करे। जदों धर्मशाला दे विच सतगुरां दा दर्शन करन दे वास्ते पहुंचा ते सतगुरु अर्जन देव सच्चे पातशाह जी बिराजे हुए सन। बैठियो आन भजन मुख करे, जिथे सतगुरु जी बिराजे सन उत्थे लागे आन के बैठ गया ते मुंह दे विचों भजन लगातार करी गया। सिख गुर संगी बैठे जे, तिन में मिल कर बैठ रहे। हुण सतगुरु जी बिराजे सन, उन्हां दे उठण दा समां भी लागे हो गया सी, सतगुरां ने जागना सी, पर सतगुरां दे जिहड़े संगी साथी मुख सिख ने वो सतगुरां दे लागे बैठे हुए सन, उन्हां दे नाल मिल के किदारा भी बह गया। गरीब हेर बोलियो गुरदास, एह किम होयो कष्ट पर काश। भाई गुरदास जी भी सतगुरां दे लागे बैठे हुए सन, सतगुरु जी बिराजे सन। भाई गुरदास ने उहदा गला इस तरह का देखिया ते कहंदा है कि की रोग होया है, किस तरह का तू कष्ट सहा रहा है। सुनकर तिसते कह किदारा, रोग हंजीरा संकट पारा। सुन के भाई गुरदास नूं किदारे ने आख्या कि भाई जी मैनू हजीरां दा रोग लगा होया है, ये रोग बहुत ज्यादा भारा है, बड़ी पीड़ करदा है, बड़ा संकट देंदा है। करत रहो के तक उपचारू, प्रार बाद कर नहीं पर हारू। किदारे ने आख्या कि भाई जी मैं बड़ा यत्न किया, बड़ा इलाज करवाया, बड़े यत्न किए, बड़ियां दवाइयां खादियां, पर किसी भी तरीके दे नाल मेरा रोग दूर नहीं होया। प्रार बद कर नहीं पर हारू। मैनू लगता है कि किस्मत दे विच इसे तरह का लिखा है, इस करके रोग कदे भी दूर नहीं होना। कहता इस करके हुण मैं कोई दवाई नहीं खांदा, कोई इलाज नहीं करता। पेख अमेट मैं पुन मिट रहियो, नहीं कुछ करियो नरन बहु कहियो। भाई गुरदास नूं किदारा दसदा है कि अमिट रोग जान के मैं दवा दारू करने हुण छड़ दिते ने, कोई दवाई नहीं खांदा, कोई इलाज नहीं करदा।
ਕਹਿੰਦਾ ਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਆਹ ਕਰ, ਪਰ ਕਹਿੰਦਾ ਹੁਣ ਮੈਂ ਬਿਲਕੁਲ ਕਰਨਾ ਛੱਡ ਦਿੱਤਾ ਹੈ ਇਲਾਜ। ਸੁਣ ਪੁਣ ਬੋਲਿਓ ਸਿੱਖ ਕਲਿਆਣਾ, ਰੋਜ ਅਸਾ ਦੇਹ ਤੋਹੇ ਪਛਾਨਾ। ਲਾਗੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਿੱਥੇ ਬਿਰਾਜੇ ਸਨ, ਲਾਗੇ ਹੀ ਭਾਈ ਕਲਿਆਣਾ ਬੈਠਾ ਹੋਇਆ ਸੀ। ਭਾਈ ਗੁਰਦਾਸ ਤੋਂ ਬਾਅਦ ਭਾਈ ਕਲਿਆਣਾ ਬੋਲਿਆ, ਕਹਿੰਦਾ ਰੋਜ ਅਸਾ ਦੇਹ ਤੋਹੇ ਪਛਾਨਾ, ਮਾਨੋ ਕਿ ਤੇਰਾ ਇਹ ਜਿਹੜਾ ਰੋਗ ਹੈ ਨਾ, ਇਹ ਨਾ ਰਾਜੀ ਹੋਣ ਵਾਲਾ ਲੱਗਦਾ ਹੈ। ਦਿਵਸ ਬਿਖੇ ਸਤ ਗੁਰੂ ਅਗਾਰੀ, ਕਰੋ ਬਿਨ ਦੇ ਰੋਗ ਬੇਦਾਰੀ। ਤੇ ਭਾਈ ਕਲਿਆਣੇ ਨੇ ਆਖਿਆ ਕਿਦਾਰੇ ਨੂੰ, ਕਹਿੰਦਾ ਕਿ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਠਣਗੇ ਫਿਰ ਤੂੰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਂ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਹਰ ਇੱਕ ਸ਼ਕਤੀ ਦੇ ਮਾਲਕ ਨੇ, ਉਹ ਕਿਰਪਾ ਕਰਕੇ ਤੇਰੇ ਰੋਗ ਨੂੰ ਦੂਰ ਕਰ ਦੇਣਗੇ, ਤੂੰ ਅਰਜ ਕਰੀਂ। ਸੁਣਤ ਕਿਦਾਰਾ ਬਹੁਰ ਉਚਾਰਾ, ਸਤਿਗੁਰ ਮਹਿਮਾ ਅਪਰ ਅਪਾਰਾ। ਸੁਣ ਕੇ ਕਿਦਾਰੇ ਨੇ ਆਖਿਆ, ਕਹਿੰਦਾ ਸਤਿਗੁਰ ਮਹਿਮਾ ਅਪਰ ਅਪਾਰਾ, ਸਤਿਗੁਰਾਂ ਦੀ ਜਿਹੜੀ ਮਹਿਮਾ ਹੈ ਨਾ ਉਹ ਤੇ ਬਹੁਤ ਜ਼ਿਆਦਾ ਵੱਡੀ ਅਪਰਮ ਅਪਾਰ। ਅਹਿ ਜਥੋਚਿਤ ਤੁਮਨੇ ਭਾਖਾ, ਤਉ ਸੁਣੋ ਮੇਰੀ ਅਭਿਲਾਖਾ। ਕਲਿਆਣੇ ਨੂੰ ਕਿਦਾਰੇ ਨੇ ਆਖਿਆ, ਤੁਸੀਂ ਠੀਕ ਕਹਿ ਰਹੇ ਹੋ, ਐਸੀ ਵਸਤ ਨਾ ਜਗ ਮੈਂ ਕੋਈ, ਕਰੈ ਗੁਰੂ ਜੋ ਹੋਏ ਨਾ ਸੋਏ। ਐਸੀ ਦੁਨੀਆ ਦੇ ਵਿੱਚ ਕੋਈ ਵੀ ਗੱਲ ਨਹੀਂ ਹੈ ਕਿ ਜਿਹੜੀ ਸਤਿਗੁਰੂ ਜੀ ਚਾਹਣ ਤੇ ਉਹ ਨਾ ਹੋ ਸਕੇ। ਗੁਰੂ ਜੀ ਜੋ ਚਾਹਣ ਸੋ ਹੋ ਸਕਦਾ ਹੈ, ਪਰ ਤਾਂ ਵੀ ਕਹਿੰਦਾ ਹੈ ਕਿਦਾਰਾ, ਇਹ ਜਥੋਚਿਤ ਤੁਮਨੇ ਭਾਖਾ, ਜਿਸ ਤਰ੍ਹਾਂ ਦੀ ਗੱਲ ਤੁਸੀਂ ਕੀਤੀ ਹੈ ਇਹ ਯਥਾ ਸ਼ਕਤ ਬਿਲਕੁਲ ਠੀਕ ਹੈ, ਪਰ ਕਹਿੰਦਾ ਤਉ ਸੁਣੋ ਮੇਰੀ ਅਭਿਲਾਖਾ, ਤਾਂ ਵੀ ਹੇ ਗੁਰੂ ਦੇ ਸਿੱਖੋ ਮੇਰੇ ਮਨ ਦੀ ਅਭਿਲਾਖਾ ਨੂੰ ਸੁਣੋ ਕਿ ਮੈਂ ਕੀ ਚਾਹੁੰਦਾ। ਗੁਰ ਤੇ ਅਬ ਚਲ ਸੁਖ ਕੋ ਜਾਚਨ, ਵਾਹਿਗੁਰੂ ਸਿਮਰਨ ਮਨ ਰਾਚਨ। ਕਿਦਾਰੇ ਨੇ ਆਖਿਆ ਕਿ ਇਸ ਤਰ੍ਹਾਂ ਦੀ ਝੂਠੀ ਮੰਗ ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਮੰਗਣੀ ਨਹੀਂ ਚਾਹੁੰਦਾ, ਮੈਂ ਇਸ ਤਰ੍ਹਾਂ ਦੀ ਅਰਜ਼ ਕਰਨੀ ਹੀ ਨਹੀਂ ਚਾਹੁੰਦਾ ਕਿ ਮੇਰਾ ਰੋਗ ਦੂਰ ਹੋਵੇ। ਕਹਿੰਦਾ ਹੈ ਕਿ ਗੁਰੂ ਦੇ ਚਰਨਾਂ ਦੇ ਵਿੱਚੋਂ ਮਾਨੋ ਕਿ ਅਬ ਚਲ ਸੁਖ ਦੀ ਪ੍ਰਾਪਤੀ ਵਾਸਤੇ ਮੰਗਣਾ ਚਾਹੀਦਾ ਹੈ। ਉਹ ਅਬ ਚਲ ਜਿਹੜਾ ਸੁਖ ਹੈ ਨਾ, ਉਹ ਮਾਨੋ ਕਿ ਪਰਮੇਸ਼ਰ ਦੇ ਸੱਚੇ ਨਾਮ ਦੇ ਨਾਲ ਮਿਲਦਾ ਹੈ। ਇਸ ਕਰਕੇ ਮਾਨੋ ਕਿ ਸਤਿਗੁਰਾਂ ਤੋਂ ਜੇਕਰ ਮੰਗਣਾ ਹੋਵੇ ਤੇ ਹੋਰ ਬਹੁਤ ਸਾਰੀਆਂ ਮੰਗਾਂ ਨੇ। ਕਹਿੰਦਾ ਹੈ ਕਿ ਵਾਹਿਗੁਰੂ ਸਿਮਰਨ ਮਨ ਰਾਚਨ, ਜੇਕਰ ਮੈਨੂੰ ਮੌਕਾ ਮਿਲਿਆ ਤੇ ਮੈਂ ਤੇ ਇਹ ਮੰਗਾਂਗਾ ਕਿ ਸੱਚੇ ਪਾਤਸ਼ਾਹ ਮੇਰਾ ਮਨ ਤੁਹਾਡੇ ਸੱਚੇ ਨਾਮ ਦੇ ਨਾਲ ਰੰਗਿਆ ਜਾਵੇ, ਉਹਦੇ ਵਿੱਚ ਰਚ ਜਾਵੇ। ਤਨ ਅਨਿਤ ਐਸੇ ਸੁਖ ਇਸਕੇ, ਨਾਸ਼ਵੰਤ ਨਹੀਂ ਸੰਗੀ ਕਿਸਕੇ। ਕਹਿੰਦਾ ਜਿਹੜਾ ਸਰੀਰ ਹੈ ਇਹ ਤੇ ਅਨਿਤ ਹੈ, ਇਹ ਤੇ ਨਾਸ਼ਵਾਨ ਹੈ, ਇਹਦੇ ਸੁਖ ਵੀ ਨਾਸ਼ਵਾਨ ਨੇ। ਮਾਨੋ ਕਿ ਜੇਕਰ ਰਾਜੀ ਹੋ ਗਿਆ ਤਾਂ ਵੀ ਤੇ ਆਖਰਕਾਰ ਇਹ ਸਰੀਰ ਮੁੱਕ ਜਾਏਗਾ। ਕਹਿੰਦਾ ਨਾਸ਼ਵੰਤ ਨਹੀਂ ਸੰਗੀ ਕਿਸਕੇ, ਇਹ ਨਾਸ਼ਵੰਤ ਸਰੀਰ ਹੈ, ਇਸ ਦੇ ਵਾਸਤੇ ਸੁਖ ਮੰਗਣਾ ਨਹੀਂ ਚਾਹੀਦਾ, ਇਹ ਸੰਗੀ ਕਿਸੇ ਦਾ ਨਹੀਂ ਹੁੰਦਾ। ਰੋਜ ਹਰ ਬੇਹਿਤ ਗੁਰ ਕੋ ਕਹੋ, ਹਿਰਦੈ ਅਨੁਚਿਤ ਬਾਤ ਮੈਂ ਲਹੋ। ਕਹਿੰਦਾ ਕਿ ਆਪਣੇ ਰੋਗ ਨੂੰ ਦੂਰ ਕਰਨ ਦੇ ਵਾਸਤੇ ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕਰਾਂ, ਇਸ ਤਰ੍ਹਾਂ ਦੀ ਗੱਲ ਮੇਰੇ ਹਿਰਦੇ ਨੂੰ ਰਤਾ ਵੀ ਨਹੀਂ ਜੱਜਦੀ। ਮੈਂ ਕਦੇ ਵੀ ਐਸੀ ਅਰਜ ਨਹੀਂ ਕਰਾਂਗਾ ਕਿ ਸੱਚੇ ਪਾਤਸ਼ਾਹ ਮੇਰਾ ਇਹ ਰੋਗ ਦੂਰ ਹੋਵੇ। ਕਹਾਂ ਮਸ਼ਕ ਪਰ ਸ਼ੇਰ ਬੰਗਾਰਨ, ਉਚਤ ਮਤੰਗ ਕੋਂਬ ਜੋ ਫਾਰਨ। ਕਿਦਾਰੇ ਨੇ ਬਹੁਤ ਸੋਹਣਾ ਪ੍ਰਮਾਣ ਦਿੱਤਾ। ਕਹਿੰਦਾ ਕਿ ਜੇਕਰ ਆਪਣੇ ਰੋਗ ਨੂੰ ਦੂਰ ਕਰਨ ਦੇ ਵਾਸਤੇ ਮੈਂ ਸਤਿਗੁਰਾਂ ਦੇ ਅੱਗੇ ਅਰਜ ਕਰਾਂਗਾ ਤੇ ਮਾਨੋ ਇਹ ਤੇ ਉਹ ਗੱਲ ਹੋ ਜਾਵੇਗੀ ਕਿ ਮੱਛਰ ਨੂੰ ਹਰਾਉਣ ਦੇ ਵਾਸਤੇ ਮੈਂ ਸ਼ੇਰ ਦੀ ਸਹਾਇਤਾ ਮੰਗਦਾ ਹਾਂ। ਜੇਕਰ ਮੱਛਰ ਨੂੰ ਮਾਰਨਾ ਹੋਵੇ ਤੇ ਕੋਈ ਸ਼ੇਰ ਨੂੰ ਨਹੀਂ ਮੰਗਾਰਦਾ। ਕਹਿੰਦਾ ਕਿ ਛੋਟਾ ਜਿਹਾ ਮੱਛਰ ਵਰਗਾ ਰੋਗ ਹੈ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸ਼ੇਰ ਦੇ ਸਮਾਨ ਨੇ, ਤੇ ਮੈਂ ਮੱਛਰ ਵਰਗੇ ਰੋਗ ਨੂੰ ਮਿਟਾਉਣ ਦੇ ਵਾਸਤੇ ਸ਼ੇਰ ਦੇ ਅੱਗੇ ਅਰਜ ਕਰਾਂ, ਉਹਨਾਂ ਨੂੰ ਬੇਨਤੀ ਕਰਾਂ, ਇਹ ਰਤਾ ਵੀ ਗੱਲ ਚੰਗੀ ਨਹੀਂ। ਉਚਿਤ ਮਤੰਗ ਕੋਂਬ ਜੋ ਫਾਰਨ, ਫਿਰ ਉਸਨੇ ਦੂਸਰਾ ਪ੍ਰਮਾਣ ਦਿੱਤਾ, ਉਚਿਤ ਮਤੰਗ ਕੋਂਬ ਜੋ ਫਾਰਨ। ਕਹਿਣ ਤੋਂ ਭਾਵ ਇਹ ਹੈ ਕਿ ਜੋ ਸ਼ੇਰ ਕੇ ਹਾਥੀ ਦਾ ਮੱਥਾ ਪਾੜਨ ਨੂੰ ਯੋਗ ਸਮਰੱਥ ਹੈ, ਜਿਹੜਾ ਸ਼ੇਰ ਨੂੰ ਵੀ ਹਰਾ ਸਕਦਾ ਹੈ, ਜਿਹੜਾ ਮੱਤੇ ਹੋਏ ਹਾਥੀ ਨੂੰ ਵੀ ਦਬਾ ਸਕਦਾ ਹੈ, ਮੈਂ ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਹਾਇਤਾ ਨਹੀਂ ਲੈਣੀ ਚਾਹੁੰਦਾ। ਕਹਿੰਦਾ ਕਿ ਮੈਂ ਜਦੋਂ ਵੀ ਮੰਗਾਂਗਾ
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚੋਂ ਸਿੱਖੀ, ਸਿਦਕ, ਭਰੋਸਾ, ਨਾਮ, ਦਾਨ, ਇਸ਼ਨਾਨ, ਸਤ ਸੰਤੋਖ ਮੰਗਾਂਗਾ। ਕਦੇ ਵੀ ਆਪਣੀ ਬਿਮਾਰੀ ਨੂੰ ਦੂਰ ਕਰਨ ਦੀ ਮੰਗਣੇ ਮੰਗਾਂਗਾ। ਮੇਰੇ ਮਨ ਦੀ ਇਸੇ ਤਰ੍ਹਾਂ ਦੀ ਲਾਲਸਾ ਹੈ। ਉਹ ਭਾਈ ਕਿਦਾਰੇ ਨੇ ਭਾਈ ਗੁਰਦਾਸ ਨੂੰ, ਭਾਈ ਕਲਿਆਣੇ ਨੂੰ ਤੇ ਹੋਰ ਸਿੱਖਾਂ ਨੂੰ ਇਸ ਤਰ੍ਹਾਂ ਆਖਿਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਰਹਿ ਗਈ ਬਾਕੀ ਸਾਖੀ ਨੂੰ ਜਿਸ ਤਰ੍ਹਾਂ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ। हे अच्युत हे पार ब्रह्म अविनाशी अगनास, हे पूरन हे सर्ब में दुख पंजन गुणतास, हे संगी हे निरंकार, हे निर्गुण सब टेक, हे गोविंद हे गुण निदान, जाके सदा विवेक, हे अपरंपर हर हरे है पी होवनहार, हे संताह कै सदा संग ने धारा आधार, हे ठाकुर हो दास रो मैं निर्गुण गुण नहीं कोय, नानक दीजै नाम दान राखो ही परोय, याही कुल ते प्रगट होय ताही कुल को नाम, पुन द्वादश गोरिंड को मेरी है प्रणाम।